ਰਾਹੁਲ ਦੇ ਕੈਂਬਰਿਜ ਯੂਨੀਵਰਸਿਟੀ ਵਿੱਚ ਚੁੱਕੇ ਗਏ ਪੈਗਾਸਸ ਦੇ ਮੁੱਦੇ ਤੇ ਬੀਜੇਪੀ ਦਾ ਪਲਟਵਾਰ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ਚੋਣਾਂ ਵਿੱਚ ਲਗਾਤਾਰ ਹੋ ਰਹੀ ਹਾਰ ਨਹੀਂ ਪਚਾ ਪਾ ਰਹੇ ਰਾਹੁਲ, ਇਸ ਲਈ ਵਿਦੇਸ਼ ਜਾ ਕੇ ਦੇਸ਼ ਨੂੰ ਕਰ ਰਹੇ ਬਦਨਾਮ। ਪ੍ਰਿੰਸੀਪਲਸ ਦੇ ਸਿੰਗਾਪੁਰ ਟੂਰ ਤੇ ਹਾਲੇ ਵੀ ਤਲਖੀ ਬਰਕਰਾਰ। ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਨੇ ਪੁੱਛਿਆ, ਤੁਸੀਂ ਕਹਿ ਰਹੇ ਮੇਰੀ ਸਰਕਾਰ ਕੀ ਤੁਹਾਨੂੰ ਦਿੱਤੀ ਹੈ ਜਾਣਕਾਰੀ? ਤਾਂ ਗਵਰਨਰ ਨੇ ਕਿਹਾ, ਇਸ ਸਦਨ ਤੋਂ ਬਾਹਰ ਦਾ ਮਸਲਾ, ਉਮੀਦ ਕਰਦਾ ਮਿਲੇਗਾ ਜਵਾਬ। ਸੀਐਮ ਮਾਨ ਨੇ 30 ਪ੍ਰਿੰਸੀਪਲਸ ਦੇ ਦੂਜੇ ਬੈਚ ਨੂੰ ਵੀ ਸਿੰਗਾਪੁਰ ਲਈ ਕੀਤਾ ਰਵਾਨਾ। ਅਧਿਆਪਕਾਂ ਨੂੰ ਚੁਣਨ ਦੀ ਪ੍ਰਕਿਰਿਆ ਵੀ ਦੱਸੀ। ਬੋਲੇ, 5 ਮੈਂਬਰੀ ਕਮੇਟੀ ਬਿਨਾਂ ਰਿਸ਼ਵਤ ਤੇ ਸਿਫਾਰਿਸ਼ ਤੋਂ ਕਰਦੀ ਹੈ ਚੋਣ, ਐਗਰੀਮੈਂਟ ਤੱਕ ਕੀਤੇ ਜਾਂਦੇ ਨੇ ਸਾਈਨ। ਭਾਸ਼ਣ ਦੇ ਅਖੀਰ ਵਿੱਚ ਗਵਰਨਰ ਨੇ ਸਰਕਾਰ ਨੂੰ ਦਿੱਤੀ ਨਸੀਹਤ। ਬੋਲੇ, ਸੀਨੀਅਰ ਹੋਣ ਦੇ ਨਾਤੇ ਤੁਹਾਨੂੰ ਸਲਾਹ ਦੇਣ ਦਾ ਪੂਰਾ ਹੱਕ। ਤਾਂ ਕੈਬਨਿਟ ਮੰਤਰੀ ਜਿੱਪਾ ਬੋਲੇ, ਸੰਵਿਧਾਨਕ ਮੁਖੀ ਹੋਣ ਤੇ ਨਹੀਂ ਸ਼ੱਕ, ਪਰ ਕਈ ਵਾਰੀ ਗਵਰਨਰ ਨੂੰ ਕੇਂਦਰ ਕਰਦਾ ਹੈ ਕੰਟਰੋਲ। ਅੰਮ੍ਰਿਤਪਾਲ ਨੇ ਏਜੰਸੀਆਂ ਤੋਂ ਦੱਸਿਆ ਆਪਣੀ ਜਾਨ ਨੂੰ ਖਤਰਾ। ਕਿਹਾ, ਹਮਲੇ ਦੇ ਇਨਪੁਟ ਦੇਣ ਵਾਲੀਆਂ ਏਜੰਸੀਆਂ ਤੋਂ ਹੀ ਮੈਨੂੰ ਖਤਰਾ। ਆਈ ਹੋਈ ਮੌਤ ਨੂੰ ਰੋਕਿਆ ਨਹੀਂ ਜਾ ਸਕਦਾ। ਅੰਮ੍ਰਿਤਪਾਲ ਨੂੰ ਲੈ ਕੇ ਵਿਰੋਧੀਆਂ ਨੇ ਇੱਕੋ ਸੁਰ ਤੇ ਕਾਰਵਾਈ ਦੀ ਕੀਤੀ ਮੰਗ। ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਪੁੱਛਿਆ, ਪੁਲਿਸ ਤੇ ਹਮਲਾ ਕਰਨ ਤੇ ਕਿਉਂ ਦਰਜ ਨਹੀਂ ਹੋਈ ਐਫਆਈਆਰ? ਵਿਰੋਧੀਆਂ ਦੀ ਮੰਗ ਵਿਚਾਲੇ ਪੰਜਾਬ ਸਰਕਾਰ ਦਾ ਦਾਅਵਾ। ਕਿਹਾ, ਸ਼ਾਂਤੀ ਭੰਗ ਕਰਨ ਵਾਲੇ ਤੇ ਕਰਾਂਗੇ ਸਖਤ ਕਾਰਵਾਈ। ਵੱਖਵਾਦੀ ਵਿਚਾਰਧਾਰਾ ਨੂੰ ਨਹੀਂ ਅਪਣਾਉਂਦਾ ਪੰਜਾਬ। ਫਰੀਦਾਬਾਦ ਵਿੱਚ ਤੇਜ਼ ਰਫ਼ਤਾਰ ਨੇ 6 ਘਰਾਂ ਦੇ ਬੁਝਾਏ ਚਿਰਾਗ। ਬੇਕਾਬੂ ਕਾਰ ਡਿਵਾਈਡਰ ਟਕਰਾ ਕੇ ਡੰਪਰ ਦੇ ਨਾਲ ਟਕਰਾਈ। 6 ਦੋਸਤਾਂ ਦੀ ਮੌਕੇ ਤੇ ਹੋਈ ਮੌਤ। ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਸਨ ਨੌਜਵਾਨ। ਵਿਦਿਆਰਥੀਆਂ ਦੇ ਵਿਰੋਧ ਦੇ ਵਿਚਾਲੇ ਜੇਐਨਯੂ ਨੇ ਵਾਪਸ ਲਏ ਨਵੇਂ ਨੇਮ। ਪ੍ਰਸ਼ਾਸਨਿਕ ਕਾਰਨਾਂ ਦਾ ਦਿੱਤਾ ਹਵਾਲਾ। ਕੈਂਪਸ ਵਿੱਚ ਧਰਨਾ ਦੇਣ ਤੇ 20,000 ਦੇ ਜੁਰਮਾਨੇ ਲਾਉਣ ਦਾ ਰੂਲ ਕੀਤਾ ਸੀ ਲਾਗੂ। ਸਤਿੰਦਰ ਸੱਤੀ ਨੇ ਵਧਾਇਆ ਪੰਜਾਬੀ ਇੰਡਸਟਰੀ ਦਾ ਮਾਣ। ਕੈਨੇਡਾ ਵਿੱਚ ਬਣੀ ਵਕੀਲ। ਅਲਬਰਟਾ ਵਿੱਚ ਬੈਰਿਸਟਰ ਸੋਲਿਸਿਟਰ ਦਾ ਹਾਸਲ ਕੀਤਾ ਲਾਇਸੈਂਸ। ਅਤੇ ਨਗਾੜਿਆਂ ਤੇ ਚੋਟ ਦੇ ਨਾਲ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮੁਹੱਲੇ ਦਾ ਆਗਾਜ਼। ਕੀਰਤਪੁਰ ਸਾਹਿਬ ਤੋਂ ਸ਼ੁਰੂ ਹੋਇਆ ਪਹਿਲਾ ਪੜਾਅ। ਹਰ ਸਾਲ ਦੀ ਤਰ੍ਹਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਸੰਗਤ। ਨਿਊਜ਼ 18 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ ਤੇ ਲੰਡਨ ਦੇ ਵਿੱਚ ਰਾਹੁਲ ਗਾਂਧੀ ਦੇ ਬਿਆਨ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਲੰਡਨ ਵਿੱਚ ਰਾਹੁਲ ਦੇ ਬਿਆਨ ਦੇ ਨਾਲ ਸਿਆਸੀ ਘਮਸਾਨ ਛਿੜ ਗਿਆ। ਕੈਂਬਰਿਜ ਯੂਨੀਵਰਸਿਟੀ ਵਿੱਚ ਰਾਹੁਲ ਨੇ ਪੀਐਮ ਮੋਦੀ ਤੇ ਸਿੱਧਾ ਹਮਲਾ ਬੋਲਿਆ ਤੇ ਸਿੱਧਾ ਹਮਲਾ ਬੋਲਦਿਆਂ ਸਿੱਖਾਂ ਤੇ ਮੁਸਲਮਾਨਾਂ ਨੂੰ ਭਾਰਤ ਦਾ ਨਹੀਂ ਮੰਨਦੇ ਪੀਐਮ। ਸਾਫ਼ ਤੌਰ ਤੇ ਕਿਹਾ, ਸਿੱਖਾਂ ਮੁਸਲਮਾਨਾਂ ਨੂੰ ਸੈਕੰਡ ਕਲਾਸ ਸਮਝਦੇ ਨੇ ਪੀਐਮ। ਭਾਰਤ ਨੂੰ ਤੋੜਨ ਦਾ ਕੰਮ ਕਰ ਰਹੇ ਨੇ ਪੀਐਮ ਮੋਦੀ। ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਲੰਡਨ ਦੇ ਵਿੱਚ। ਲੰਡਨ ਦੇ ਵਿੱਚ ਰਾਹੁਲ ਦੇ ਬਿਆਨ ਦੇ ਨਾਲ ਸਿਆਸੀ ਘਮਸਾਨ ਮਚਿਆ ਹੋਇਆ ਹੈ। ਕੈਂਬਰਿਜ ਯੂਨੀਵਰਸਿਟੀ ਵਿੱਚ ਰਾਹੁਲ ਨੇ ਪੀਐਮ ਮੋਦੀ ਤੇ ਹਮਲਾ ਬੋਲਿਆ। ਸੋ ਰਾਹੁਲ ਗਾਂਧੀ ਦਾ ਵੱਡਾ ਬਿਆਨ ਔਰ ਰਾਹੁਲ ਗਾਂਧੀ ਦਾ ਸਿੱਧਾ ਹਮਲਾ ਪੀਐਮ ਨਰਿੰਦਰ ਮੋਦੀ ਤੇ। ਸਿੱਖਾਂ ਦੇ ਮੁਸਲਮਾਨਾਂ ਨੂੰ ਭਾਰਤ ਦਾ ਨਹੀਂ ਮੰਨਦੇ ਪੀਐਮ। ਭਾਰਤ ਤੋਂ ਵੰਡਣ ਦਾ ਕੰਮ ਕਰ ਰਹੇ ਨੇ ਪੀਐਮ। ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਲੰਡਨ ਦੇ ਵਿੱਚ। ਲੰਡਨ ਦੇ ਵਿੱਚ ਇਸ ਬਿਆਨ ਦੇ ਨਾਲ ਸਿਆਸੀ ਘਮਸਾਨ ਛਿੜ ਗਿਆ ਹੈ। ਪੀਐਮ ਮੋਦੀ ਤੇ ਸਿੱਧਾ ਹਮਲਾ ਬੋਲਿਆ। ਸਿੱਖਾਂ ਮੁਸਲਮਾਨਾਂ ਨੂੰ ਸੈਕੰਡ ਕਲਾਸ ਸਮਝਦੇ ਨੇ ਪੀਐਮ। ਭਾਰਤ ਨੂੰ ਤੋੜਨ ਦਾ ਕੰਮ ਕਰ ਰਹੇ ਨੇ ਪੀਐਮ ਮੋਦੀ। ਤੇ ਰਾਹੁਲ ਵੱਲੋਂ ਚੁੱਕੇ ਗਏ ਪੈਗਾਸਸ ਦੇ ਮੁੱਦੇ ਤੇ, ਪੈਗਾਸਸ ਦਾ ਮੁੱਦਾ ਵੀ ਰਾਹੁਲ ਨੇ ਚੁੱਕਿਆ ਸੀ, ਉਸ ਤੇ ਬੀਜੇਪੀ ਦਾ ਪਲਟਵਾਰ ਸਾਹਮਣੇ ਆਇਆ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ਚੋਣਾਂ ਵਿੱਚ ਲਗਾਤਾਰ ਹੋ ਰਹੀ ਹਾਰ ਨੂੰ ਰਾਹੁਲ ਪਛਾ ਨਹੀਂ ਪਾ ਰਹੇ। ਹਾਰ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਰੋਣਾ ਰੋ ਰਹੇ ਨੇ। ਵਿਦੇਸ਼ ਜਾ ਕੇ ਦੇਸ਼ ਨੂੰ ਬਦਨਾਮ ਕਰ ਰਹੇ ਨੇ। ਪੈਗਾਸਸ ਰਾਹੁਲ ਦੇ ਦਿਲ ਦਿਮਾਗ ਵਿੱਚ ਬੈਠਾ ਹੋਇਆ ਹੈ। ਅਨੁਰਾਗ ਠਾਕੁਰ ਨੇ ਇਹ ਗੱਲ ਕਹੀ। Narendra Modi is destroying the architecture of India. So I'm not too bothered about 2 or 3 good policies that he's doing if he's blowing my country to smithereens or our country to smithereens, right? And I think that's what he's doing. I think he is imposing an idea on India that India cannot absorb.
right? India, as I said, is a union of states. It's a negotiation. And if you try to force one idea on a union, it'll react, right? I mean, I've got a Sikh gentleman sitting here, right? He's from the Sikh religion. You come from India? He comes from India, right? We've got Muslims in India. We've got Christians in India. We've got different languages in India, right? They're all India. Mr. Narendra Modi says he's not. Mr. Narendra Modi says he's a second-class citizen in India. Right? I don't agree with him. Go to places. And if India does that, and if India is open to people and ਸੋ ਰਾਹੁਲ ਗਾਂਧੀ ਦਾ ਇਹ ਬਿਆਨ ਪੈਗਾਸਸ ਦਾ ਪਹਿਲਾਂ ਜ਼ਿਕਰ ਕੀਤਾ ਸੀ ਰਾਹੁਲ ਨੇ ਆਪਣੀ ਤਕਰੀਰ ਦੇ ਵਿੱਚ, ਉਸ ਤੇ ਵਿਵਾਦ ਹੋਇਆ ਸੀਗਾ, ਉਸ ਤੇ ਅਨੁਰਾਗ ਠਾਕੁਰ ਨੇ ਜਵਾਬ ਦਿੱਤਾ ਸੀ ਔਰ ਹੁਣ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਪੀਐਮ ਨਰਿੰਦਰ ਮੋਦੀ ਸਿੱਖਾਂ ਨੂੰ ਅਤੇ ਮੁਸਲਮਾਨਾਂ ਨੂੰ ਭਾਰਤ ਦਾ ਦੂਜੇ ਦਰਜੇ ਦਾ ਨਾਗਰਿਕ ਮੰਨਦੇ ਨੇ, ਬਰਾਬਰ ਦਾ ਨਾਗਰਿਕ ਉਹਨਾਂ ਨੂੰ ਨਹੀਂ ਮੰਨਿਆ ਜਾਂਦਾ ਤੇ ਦੂਜੇ ਦਰਜੇ ਦਾ ਨਾਗਰਿਕ ਮੰਨਿਆ ਜਾਂਦਾ ਹੈ। ਤੇ ਪੈਗਾਸਸ ਦੇ ਮਸਲੇ ਤੇ ਅਨੁਰਾਗ ਠਾਕੁਰ ਨੇ ਕੀ ਕਿਹਾ ਇਹ ਵੀ ਤੁਹਾਨੂੰ ਸੁਣਾਵਾਂਗੇ ਤੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਆਰਪੀ ਸਿੰਘ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਬੀਜੇਪੀ ਆਗੂ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਪਰ ਸਿੰਘ ਸਾਹਿਬ ਦੇ ਕੋਲ ਜਾਈਏ ਇਸ ਤੋਂ ਪਹਿਲਾਂ ਅਨੁਰਾਗ ਠਾਕੁਰ ਕੇਂਦਰੀ ਮੰਤਰੀ ਦਾ ਉਹ ਬਿਆਨ ਜਿਹੜਾ ਉਹਨਾਂ ਨੇ ਰਾਹੁਲ ਗਾਂਧੀ ਦੇ ਪੈਗਾਸਸ ਵਾਲੇ ਬਿਆਨ ਦੇ ਉੱਤੇ ਪ੍ਰਤੀਕਰਮ ਦਿੱਤਾ ਹੈ ਉਹ ਸੁਣਾਣੇ। नफरत राहुल गांधी जी की प्रधानमंत्री के खिलाफ तो हो सकती है, लेकिन देश को बदनाम करने की यह साजिश बार बार जो विदेशी धरती से होती है, कभी विदेशी दोस्तों के माध्यम से होती है, यह अपने आप में प्रश्न चिन्ह खड़ा करता है कि कांग्रेस का एजेंडा क्या है। क्या संवैधानिक संस्थाओं में भी कांग्रेस का विश्वास खत्म हो गया है? क्या भारत के लोकतंत्र पर बार बार प्रश्न चिन्ह खड़ा करने का काम ये कांग्रेस करती रहेगी? आज एक बार फिर चुनावों में तो सुपड़ा साफ हुआ ही, दिवालियापन और भी नजर आया जब विदेशी धरती पर जाकर भारत को बदनाम करने का कोई कसर नहीं छोड़ी। ਸੋ ਆਰਪੀ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ। ਸਿੰਘ ਸਾਹਿਬ, ਤੁਸੀਂ ਰਾਹੁਲ ਗਾਂਧੀ ਦਾ ਬਿਆਨ ਵੀ ਸੁਣਿਆ ਜਿਹੜਾ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਦੇ ਨੇ ਪੀਐਮ ਨਰਿੰਦਰ ਮੋਦੀ। ਤੁਹਾਡਾ ਪਹਿਲਾ ਪ੍ਰਤੀਕਰਮ ਇੱਕ ਬੀਜੇਪੀ ਆਗੂ ਹੋਣ ਦੇ ਨਾਤੇ ਵੀ ਔਰ ਇੱਕ ਸਿੱਖ ਹੋਣ ਦੇ ਨਾਤੇ। ਜਿੱਦਾਂ ਪੰਜਾਬ ਵਿੱਚ ਔਰ ਦਿੱਲੀ 'ਚ ਕੁਝ 30 ਤੋਂ ਜ਼ਿਆਦਾ ਸਿੱਖਾਂ ਦੀ ਇਹਨਾਂ ਨੇ ਨਸਲਕੁਸ਼ੀ ਕੀਤੀ, ਮਾਰੇ ਜਾਂ ਗਾਇਬ ਕੀਤੇ, ਉਹ ਸਭ ਨੂੰ ਯਾਦ ਹੈ। ਅੱਜ ਤੱਕ ਕੋਈ ਬਈ ਖਾਤਾ ਨਹੀਂ, ਕੋਈ ਹਿਸਾਬ ਨਹੀਂ, ਟਾਇਰ ਪਾ ਕੇ ਚਲਾਏ। ਇਹ ਸਿੱਖਾਂ ਦੀ ਗੱਲ ਕਰਦੇ ਨੇ। ਔਰ ਜਿਹੜਾ ਮੁੱਖ ਦੋਸ਼ੀ ਉਹਦੇ ਸੀ ਇਹਨਾਂ ਦਾ ਆਪਣਾ ਪਿਓ ਸੀ ਰਾਜੀਵ ਗਾਂਧੀ, ਜਿਹਨੇ बोट क्लब तो खड़े होकर क्या, जब बड़ा पेड़ गिरता है तो धरती हिलती है। वो सारे ਜਿਹੜੇ ਸਿੱਖ ਮਾਰੇ ਗਏ ਸਨ, ਜਿਹੜੇ ਸਿੱਖ ਵੱਢੇ ਗਏ ਸਨ, ਜਲਾਏ ਗਏ ਸਨ, ਉਹਨਾਂ ਨੂੰ ਕਹਿ ਰਿਹਾ ਸੀ ਵੀ ਜਿਹੜਾ ਜਦ ਬੜਾ ਪੇੜ ਗਿਰਦਾ ਧਰਤੀ ਹਿਲਦੀ ਹੈ। ਇੱਕ ਗੱਲ। ਦੂਜੀ ਗੱਲ, ਇੱਕ ਜੀਬੀਐਸ ਸਿੱਧੂ ਰਾਓ ਦੇ ਅਫਸਰ ਨੇ ਜਿਹਨੇ ਕਿਤਾਬ ਆਈ ਖਾਲਿਸਤਾਨ ਕੌਂਸਪੀਰੇਸੀ, ਉਹਨੇ ਬੜਾ ਸਪਸ਼ਟ ਦਰਜ ਕੀਤਾ ਹੈ ਕਿ ਇਹ ਪੂਰੀ ਕੌਂਸਪੀਰੇਸੀ ਸਿੱਖਾਂ ਦੇ ਖਿਲਾਫ, ਸਿੱਖਾਂ ਜਿਹੜੇ ਸਭ ਤੋਂ ਰਾਜਭਗਤ ਕਮਿਊਨਿਟੀ ਹੈ ਉਹਨੂੰ ਅੱਤਵਾਦੀ ਪੇਂਟ ਕਰਨ ਦੀ ਜਿਹੜੀ ਕੌਂਸਪੀਰੇਸੀ ਸੀ ਉਹ ਰਾਜੀਵ ਗਾਂਧੀ ਔਰ ਕਾਂਗਰਸ ਨੇ ਖੇਡੀ ਸੀ ਆਪਣੇ ਇਲੈਕਟੋਰਲ ਐਡਵਾਂਟੇਜ ਵਾਸਤੇ ਸੀ। ਇਹ ਤੇ ਇਹਨਾਂ ਦਾ ਬੈਕਗਰਾਊਂਡ ਹੈ। ਔਰ ਜਿੱਥੇ ਤੱਕ ਮੁਸਲਮਾਨਾਂ ਦਾ ਸਵਾਲ ਹੈ, ਦੇਸ਼ ਵਿੱਚ ਜਿੰਨੇ ਦੰਗੇ ਕਾਂਗਰਸ ਦੇ ਰਾਜ 'ਚ ਹੋਏ ਉਹਨੇ ਦੰਗੇ ਅੱਜ ਤੱਕ ਕਦੀ ਹੋਏ ਨਹੀਂ। ਉਹ ਯੂਪੀ 'ਚ ਹੋਣ, ਉਹ ਮਹਾਰਾਸ਼ਟਰ 'ਚ ਹੋਣ, 1992-93 ਭੁੱਲ ਗਏ ਜਦ ਉੱਥੇ ਦੰਗੇ ਹੋਏ ਸਨ, ਹਿੰਦੂ ਮੁਸਲਮਾਨ ਦੰਗੇ ਹੋਏ ਸਨ। ਇਸ ਕਰਕੇ ਇਹ ਕਹਿਣਾ ਕਿ ਅਸੀਂ ਕੋਈ ਮੁਸਲਮਾਨਾਂ ਕਰਕੇ ਜਾਂ ਇੱਦਾਂ ਕਰਕੇ, ਇਹ ਸਿਰਫ ਇੱਕ ਜਾਣ ਕੇ ਦੇਸ਼ ਨੂੰ ਬਦਨਾਮ ਕਰਨ ਵਾਸਤੇ। ਪੈਗਾਸਸ ਦੇ ਮਾਮਲੇ 'ਚ ਮੈਂ ਬੇਨਤੀ ਕਰਾਂਗਾ ਰਾਹੁਲ ਗਾਂਧੀ ਜੀ ਨੂੰ, ਕਿਰਪਾ ਕਰਕੇ ਹਿੰਦੁਸਤਾਨ ਆਉਂਦੇ ਸਰ ਆਪਣਾ ਮੋਬਾਈਲ ਫੋਨ ਉਹ ਪੁਲਿਸ ਨੂੰ ਦੇ ਦੇਣ। ਪੁਲਿਸ ਉਹ ਮੋਬਾਈਲ ਫੋਨ ਚੈੱਕ ਕਰ ਲਏਗੀ ਜੀ, ਉਹਦੀ ਰਿਪੋਰਟ ਇੱਕ ਐਕਸਪਰਟ ਕਮੇਟੀ ਤੇ ਚੈੱਕ ਕਰਾ ਦੇਗੀ ਉਹਨਾਂ ਮੋਬਾਈਲ ਫੋਨ ਹੈ ਨਹੀਂ ਹੈ, ਪਰ ਉਹ ਕਰਦੇ ਨਹੀਂ। ਐਵੇਂ ਹੀ ਜਾ ਕੇ ਦੇਸ਼ ਨੂੰ ਜਾ ਕੇ ਬਾਹਰ ਜਾ ਕੇ ਬਦਨਾਮ ਕਰਨਾ ਔਰ ਲੋਕਤੰਤਰ ਦੀ ਦੁਹਾਈ ਦੇਣਾ, ਜਦਕਿ ਇਹ ਉਹ ਪਾਰਟੀ ਜਿਹਨੇ 1975 ਚ ਐਮਰਜੈਂਸੀ ਲਾਈ ਸੀ। ਇਹ ਉਹ ਪਾਰਟੀ ਹੈ, ਇਹਨਾਂ ਪਿਤਾ ਜੀ ਨੇ ਪੋਸਟਲ ਬਿੱਲ ਲੈ ਕੇ ਆਏ ਸਨ ਜਿਹਨੂੰ ਗਿਆਨੀ ਜੈਲ ਸਿੰਘ ਨੇ ਰੋਕਤਾ ਨਹੀਂ, ਤੇ ਅਗਰ ਗਿਆਨੀ ਜੈਲ ਸਿੰਘ ਨਾ ਰੋਕਦੇ ਤੇ ਅੱਜ ਸਾਡੀ ਹੁਣ ਤੇ ਚਲ ਮੇਲ ਆਉਂਦੀ, ਉਸ ਵੇਲੇ ਚਿੱਠੀ ਪੱਤਰੀ ਜਿੰਨੀ ਸੀ ਉੱਤੇ ਨਜ਼ਰ ਪੁਲਿਸ ਰੱਖ ਸਕਦੀ ਸੀ, ਪੁਲਿਸ ਤੁਹਾਡੀ ਚਿੱਠੀ ਪੱਤਰੀ ਖੋਲ ਸਕਦੀ ਸੀ।
ਇਹ ਤੇ ਇਹਨਾਂ ਦਾ ਇਤਿਹਾਸ ਹੈ। ਸਿੰਘ ਸਾਹਿਬ ਸਵਾਲ ਇਹ ਹੈ ਕਿ ਰਾਹੁਲ ਨੂੰ ਅਜਿਹੇ ਬਿਆਨ ਦੇ ਕੇ ਕੀ ਕੋਈ ਫਾਇਦਾ ਮਿਲ ਰਿਹਾ ਹੈ? ਨਹੀਂ, ਉਹ ਫਾਇਦਾ ਨਹੀਂ। ਉਹ ਮੇਰਾ ਮੰਨਣਾ ਹੈ ਕਿ ਹੀ ਇਜ਼ ਪੇਡ ਫॉर ਟੂ ਡੂ ਆਲ ਦਿਸ। ਉਹਦੀ ਆਰਥਿਕ ਚਿੰਤਾ ਹੁੰਦੀ ਹੈ। ਇਹਦਾ ਐਗਜ਼ਾਮਪਲ ਤੁਹਾਨੂੰ ਦੇਣ ਦਾ, ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਜਿਹੜੇ ਇੱਥੇ ਦੇ ਥਰੂ ਇੱਥੇ ਐਮਬੈਸੀ ਦੇ ਥਰੂ ਰਾਜੀਵ ਗਾਂਧੀ ਫਾਊਂਡੇਸ਼ਨ ਵਿੱਚ 1 ਕਰੋੜ ਤੋਂ ਜ਼ਿਆਦਾ ਦੀ ਰਕਮ ਆਈ ਸੀ ਜਿਹੜੀ ਖਾਤਿਆਂ 'ਚ ਹੈ। ਇੱਥੇ ਬਾਹਰ ਦੀ ਕੰਪਨੀਆਂ, ਬਾਹਰ ਦੀ ਦੁਨੀਆ ਦੇ ਜਿਹੜੇ ਹੋਰ ਜਿਹੜੇ ਮੁਲਕ ਨੇ ਉਹਨਾਂ ਕੋਲ ਪੈਸੇ ਲੈ ਲੈਂਦੇ ਨੇ ਔਰ ਇੱਥੇ ਸਟੱਡੀ ਕਰਨ ਵਾਸਤੇ ਲੈਂਦੇ ਨੇ। ਅੱਜ ਤੱਕ ਕੀ ਸਟੱਡੀ ਹੋਈ ਉਹਦੀ ਕੋਈ ਜਾਣਕਾਰੀ ਨਹੀਂ। ਤੇ ਇਹਨਾਂ ਦਾ ਬੈਕਗ੍ਰਾਉਂਡ ਇਹੋ ਜਿਹਾ ਹੀ ਹੈ। ਅਫਸੋਸ ਹੈਗਾ ਕਿ ਦੁਨੀਆ ਦੇ ਬਾਕੀ ਮੁਲਕਾਂ ਦੇ ਬਿਹਾਫ ਤੇ ਇੱਥੇ ਇੱਕ ਨੈਰੇਟਿਵ ਖੜਾ ਕਰਨਾ, ਇੱਕ ਈਕੋਸਿਸਟਮ ਬਿਲਡ ਕਰਨਾ, ਦੇਸ਼ ਦੇ ਖਿਲਾਫ, ਭਾਰਤ ਦੇ ਖਿਲਾਫ ਈਕੋਸਿਸਟਮ ਬਿਲਡ ਕਰਨਾ। ਕਿਉਂਕਿ ਹੁਣੇ ਜਿਹੜਾ ਇਲੈਕਸ਼ਨ ਹੋਇਆ ਇਹਨਾਂ ਨੇ ਕ੍ਰਿਸਚਨ ਦਾ ਨਾਮ ਵੀ ਲਿੱਤਾ ਸੀ ਉੱਥੇ। ਜਿਹੜਾ ਹੁਣੇ ਇਲੈਕਸ਼ਨ ਹੋਇਆ ਨਾਗਾਲੈਂਡ ਮੇਘਾਲਿਆ 'ਚ, ਠੀਕ ਹੈ, ਦੋਨੋਂ ਜਵਾਬ ਲੈ ਲੈਣੇ ਸਿੰਘ ਸਾਹਿਬ ਜਵਾਬ ਲੈ ਲੈਣੇ। ਬਰਿੰਦਰ ਸਿੰਘ ਢਿੱਲੋਂ ਸਾਡੇ ਨਾਲ ਜੁੜ ਰਹੇ ਨੇ, ਪ੍ਰਧਾਨ ਨੇ ਪੰਜਾਬ ਯੂਥ ਕਾਂਗਰਸ ਦੇ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਰਾਹੁਲ ਗਾਂਧੀ ਦਾ ਬਿਆਨ, 2 ਬਿਆਨ ਸੀਗੇ ਵੱਖ-ਵੱਖ। ਪਹਿਲਾ ਬਿਆਨ ਸੀਗਾ ਪੈਗਾਸਸ ਨੂੰ ਲੈ ਕੇ, ਉਹਨਾਂ ਨੇ ਕਿਹਾ ਕਿ ਉਹਨਾਂ ਦੇ ਫੋਨ ਵਿੱਚ ਪੈਗਾਸਸ ਸੀਗਾ, ਔਰ ਦੂਜਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਪਹਿਲੇ ਦਰਜੇ ਦਾ ਨਹੀਂ ਦੂਜੇ ਦਰਜੇ ਦਾ ਨਾਗਰਿਕ ਮੰਨਦੇ ਨੇ। ਇਹ ਬਿਆਨ ਉਹਨਾਂ ਨੇ ਦਿੱਤਾ ਹੈ। ਔਰ ਉਸ ਤੇ ਆਰਪੀ ਸਿੰਘ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ, ਬੀਜੇਪੀ ਆਗੂ। ਇਹ ਕਹਿ ਰਹੇ ਨੇ ਕਿ ਜਿਹੜੀ ਕਾਂਗਰਸ ਨੇ ਖੁਦ ਜਿਹੜੇ 84 ਵੇਲੇ ਜੋ ਕੁਝ ਕੀਤਾ ਹੈ, ਦਿੱਲੀ ਵਿੱਚ ਜੋ ਕੁਝ ਕੀਤਾ, ਉਹ ਕਿਸੇ ਨੇ ਭੁਲਾਇਆ ਨਹੀਂ ਹੈ ਸਿੱਖਾਂ ਨਾਲ ਕੀ ਕੀਤਾ ਕਾਂਗਰਸ ਨੇ। ਉਸ ਤੇ ਆਗੂ ਅਜਿਹੇ ਬਿਆਨ ਦਿੰਦੇ ਨੇ, ਉਹ ਸਿੱਧੇ ਤੌਰ ਤੇ ਲੱਗਦਾ ਹੈ ਕਿ ਇਹ ਪੇਡ ਐਕਟੀਵਿਟੀ ਹੈਗੀ ਹੈ, ਪੈਸੇ ਲੈ ਕੇ ਇਸ ਤਰੀਕੇ ਦੇ ਬਿਆਨ ਦਿੱਤੇ ਜਾ ਰਹੇ ਨੇ। ਢਿੱਲੋਂ ਸਾਹਿਬ ਤੁਹਾਡਾ ਪ੍ਰਤੀਕਰਮ। ਦੇਖੋ, ਪਹਿਲੀ ਗੱਲ ਤਾਂ ਇਹਦੇ ਨਾਲ ਕਾਂਗਰਸ ਨੇ ਕੀ ਕੀਤਾ ਕੀ ਨਹੀਂ ਕੀਤਾ ਕਰਕੇ ਗੱਲ ਨੂੰ ਡਾਇਲੂਟ ਨਾ ਕੀਤਾ ਜਾਵੇ। ਇਹਦੇ ਅੰਦਰ ਇਸ਼ੂ ਇਹ ਆ ਵੀ ਬੀਜੇਪੀ ਕੀ ਕਰ ਰਹੀ ਆ ਅੱਜ ਦੇ ਸਮੇਂ 'ਚ। ਤੁਸੀਂ ਦੇਖਿਆ ਵਾ ਵੀ ਕਿਸ ਤਰੀਕੇ ਦੇ ਨਾਲ ਬੀਜੇਪੀ ਦੇ ਐਂਟੀ ਮਾਈਨੋਰਿਟੀਜ਼ ਦਾ ਇੱਕ ਪੱਕਾ ਟੈਗ ਇਹਨਾਂ ਤੇ ਲੱਗਦਾ। ਹਾਲੇ ਕਿ ਇਹ ਬੜੀ ਕੋਸ਼ਿਸ਼ ਕਰਦੇ ਆ ਕਈ ਵਾਰ ਇਹੋ ਜਿਹੇ ਥੀਏਟਰਿਕਸ ਕਰਕੇ ਸ਼ੋਅ ਕਰਨ ਦੀ ਵੀ ਅਸੀਂ ਬੜੇ ਕਲੋਜ਼ ਆ। ਲੇਕਿਨ ਇਹਨਾਂ ਦੀ ਜਿਹੜੀ ਪਾਲਿਸੀਆਂ ਵਾ, ਜਿਹੜੀ ਇਹਨਾਂ ਦੀ ਐਕਸ਼ਨਸ ਆ, NCR ਆਇਆ, ਤੁਸੀਂ NCR ਵੇਖਿਆ ਸੀ ਕਿ ਕਿੰਨਾ ਤੇ ਡਾਇਰੈਕਟਡ ਸੀਗਾ ਉਹ, ਕਿਹਦੇ ਵਾਸਤੇ ਉਹ ਨੈਸ਼ਨਲ ਰਜਿਸਟਰ ਲਿਆ ਰਹੇ ਸੀ ਕਿ ਇੱਕ ਸਮੁਦਾਇ ਨੂੰ ਬਾਹਰ ਕੱਢਣ ਵਾਸਤੇ। ਉਸ ਤੋਂ ਬਾਅਦ ਅਗਰ ਤੁਸੀਂ ਇਹਨਾਂ ਦੀ ਓਵਰਆਲ ਜਿੰਨੀ ਇਹਨਾਂ ਦੀ ਰਣਨੀਤੀ ਵੇਖੋਗੇ, ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਲੋਕ ਹਰ ਸਮੇਂ ਜਿਹੜੇ ਆਪਣਾ ਇਹ ਕਹਿੰਦੇ ਆ ਵੀ ਸਿੱਖ ਵੀ ਜਿਹੜੇ ਆ ਉਹ ਵੀ ਹਿੰਦੂ ਸੀਗੇ। ਇਹ ਇਹਨਾਂ ਦੀ ਆਈਡੀਓਲੋਜੀ ਨਹੀਂ ਹੈਗੀ। ਇਹਨਾਂ ਤੋਂ ਪੁੱਛ ਲਓ ਵੀ ਇਹ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਮੰਨਦੇ ਆ ਕਿ ਸਿੱਖ ਨੂੰ ਵੱਖਰਾ ਧਰਮ ਮੰਗਦੇ ਆ। RSS ਜਿਹੜੀ ਇਹਨਾਂ ਦੀ ਆਈਡੀਓਲੋਜੀਕਲ ਫਰੰਟ ਆ। ਸੋ ਇਹ ਬਾਰ-ਬਾਰ ਇਹ ਗੱਲਾਂ ਇੱਥੇ ਸਰਕਾਰ ਦੇ ਵਿੱਚ 2 ਬਿਆਨ ਦੇ ਕੇ, ਕਿਤੇ ਡਰਾਮਾ ਕਰਕੇ, ਕਿਤੇ ਕੁਝ ਦਿਖਾ ਕੇ, ਕਿਤੇ ਬੰਦੇ ਨੂੰ ਕਿਸੇ ਪੋਸਟ ਤੇ ਬਿਠਾ ਕੇ, ਤੁਸੀਂ ਅਗਰ ਇਸ ਚੀਜ਼ ਨੂੰ ਅਗਰ ਇਹ ਮੰਨਦੇ ਹੋ ਵੀ ਇਹਦੇ ਨਾਲ ਤੁਹਾਡਾ ਜਿਹੜਾ ਅਟੈਕ ਆ, ਜਿਹੜਾ ਤੁਸੀਂ ਇੱਕ ਤਰ੍ਹਾਂ ਤੋਂ ਜਿਹੜੀ ਤੁਹਾਡੀ ਇੱਕ ਅੰਦਰੋਂ ਹੇਟ ਆ ਇੱਕ ਬਾਕੀ ਕਮਿਊਨਿਟੀ ਵਾਸਤੇ, ਕਿਹੜਾ ਨਹੀਂ ਕਮਿਊਨਿਟੀ ਨੂੰ ਹਰ ਟਾਈਮ ਰਾਜਨੀਤੀ ਕਰਨਾ ਚਾਹੁੰਦੀ ਹੈ, ਕਿਹੜਾ ਨਹੀਂ ਜਾਣਦਾ ਵੀ ਬੀਜੇਪੀ ਸਿਰਫ ਡਿਵਾਈਡ ਐਂਡ ਰੂਲ ਕਰਕੇ, ਕਿਉਂਕਿ ਮੈਜੋਰਿਟੀ ਪ੍ਰਿੰਸੀਪਲ ਨੂੰ ਲੈ ਕੇ ਵੀ ਜਿੱਥੇ ਵੱਧ ਵੋਟਾਂ ਵਾ ਉਸ ਹਿਸਾਬ ਨਾਲ ਝੁਕ ਜਾਂਦੀ ਆ। ਤੁਸੀਂ ਮੈਨੂੰ ਦੱਸ ਦਿਓ ਇੰਨੀ ਦੇਰ ਸ਼ਾਹੀਨ ਬਾਗ ਧਰਨਾ ਲੱਗਾ ਰਿਹਾ ਕਿ ਇਹਨਾਂ ਚੋਂ ਇੱਕ ਵੀ ਕੋਈ ਲੀਡਰ ਉੱਥੇ ਗਿਆ? ਅਗਰ ਇਹ ਗੱਲਾਂ ਕਰਦੇ ਆ ਇਸ ਤਰੀਕੇ ਦੀਆਂ, ਕਿਸਾਨਾਂ ਦਾ ਇੰਨੀ ਦੇਰ ਧਰਨਾ ਲੱਗਾ ਰਿਹਾ, ਉਦੋਂ ਕਿਸਾਨਾਂ ਨੂੰ ਖਾਲਿਸਤਾਨੀ ਕਿੰਨੇ ਬ੍ਰਾਂਡ ਕੀਤਾ ਸੀ? ਇਹਨਾਂ ਦੀ ਮੀਡੀਆ ਦੇ ਵਿੱਚ ਬਾਰ-ਬਾਰ ਕੌਣ ਲੋਕ ਇਹਨਾਂ ਦੇ ਆ ਜਿਹੜੇ ਇਹ ਟਰਮ ਨੂੰ ਯੂਜ਼ ਨਹੀਂ ਕਰਦੇ? ਕਿਹੜੇ ਲੋਕ ਆ ਜਿਹੜੇ ਪੰਜਾਬ ਨੂੰ ਮਾੜਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ? ਇਸ ਕਰਕੇ ਇਹ ਗੱਲਾਂ ਨੂੰ ਇਹ ਇਹਨਾਂ ਦੇ ਥੀਏਟਰਿਕਸ ਜਿਹੜੇ ਇਹਨਾਂ ਦਾ ਡਰਾਮਾ ਵੇ, ਇਹਦੇ ਅੰਦਰ ਕੋਈ ਦੋ ਰਾਏ ਨਹੀਂ ਆ। ਜੋ ਰਾਹੁਲ ਗਾਂਧੀ ਜੀ ਕਹਿ ਰਿਹਾ ਬਿਲਕੁਲ, ਇਹ ਦੇਸ਼ ਦਾ ਇਹ ਬਾਰ-ਬਾਰ ਇਹ ਕੋਸ਼ਿਸ਼ ਕਰਦੇ ਆ ਮਾਈਨੋਰਿਟੀਜ਼ ਨੂੰ ਦੱਬਣ ਦੀ, ਔਰ ਮਾਈਨੋਰਿਟੀਜ਼ ਦੇ ਨਾਲ ਆਪਣਾ ਕੀ ਕਹਿੰਦੇ ਰਾਜਨੀਤਿਕ ਗੱਲਾਂ ਕਰਕੇ ਮੈਜੋਰਿਟੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਮੈਜੋਰਿਟੀ ਵਾਸਤੇ ਵੀ ਕੁਛ ਨਹੀਂ ਆ ਕੀਤਾ ਇਹਨਾਂ ਨੇ, ਮੈਜੋਰਿਟੀ ਵਾਸਤੇ ਵੀ ਕੁਛ ਨਹੀਂ ਆ। ਲੇਕਿਨ ਦੇਸ਼ ਦੇ ਵਿੱਚ ਧਰਮ ਦੇ ਨਾਮ ਦੇ ਉੱਤੇ ਜਿਸ ਤਰੀਕੇ ਨਾਲ ਇਹ ਵੰਡ ਕੇ ਰੱਖਦੇ ਆ ਆਪਣੀ ਰਾਜਨੀਤੀ ਨੂੰ ਚਮਕਾਉਣ ਵਾਸਤੇ, ਉਹ ਬੀਜੇਪੀ ਬਿਲਕੁਲ ਕਰਦੀ ਆ। ਹੁਣ ਇਹਦੇ ਵਿੱਚ ਇਹ ਕਾਂਗਰਸ ਨੂੰ ਦੋਸ਼ ਦੇਈ ਜਾਣ, ਇਹ ਸਾਨੂੰ ਸਾਡਾ ਗੱਲਾਂ ਕਰੀ ਜਾਣ, ਠੀਕ ਆ, ਉਹ ਗੱਲਾਂ ਦਾ ਕੋਈ ਤੁੱਕ ਨਹੀਂ ਪਾਉਂਦਾ। ਠੀਕ, ਜਵਾਬ ਲੈਣੇ ਆਰਪੀ ਸਿੰਘ ਸਾਹਿਬ। ਬਰਿੰਦਰ ਸਿੰਘ ਢਿੱਲੋਂ ਕਹਿ ਰਹੇ ਨੇ ਕਿ ਸਿੱਧੇ ਤੌਰ ਤੇ ਜਿਹੜਾ ਹੈਗਾ ਜਿਹੜੇ RSS ਹੈਗੀ ਹੈ ਜਾਂ ਹਿੰਦੂ ਰਾਸ਼ਟਰੀ ਜਦੋਂ ਮੰਗ ਕਰਦੀ ਹੈ ਜਾਂ ਜਦੋਂ ਇਹ ਕਹਿੰਦੀ ਹੈ ਕਿ ਸਿੱਖ ਹਿੰਦੂ ਹੀ ਨੇ, ਇਸ ਤਰੀਕੇ ਦੇ ਬਿਆਨ ਜਦੋਂ ਦਿੱਤੇ ਜਾਂਦੇ ਨੇ ਤਾਂ ਉਹ ਸਿੱਧੇ ਤੌਰ ਤੇ ਔਰ ਉਸ ਤੇ ਅਗੇਂਸਟ ਜਿਹੜਾ ਕਿ ਕੋਈ ਸਟੈਪ ਹੀ ਨਹੀਂ ਹੁੰਦਾ। ਬਿਲਕੁਲ ਅਨਪੜ੍ਹਾਂ ਦਾ ਕੋਈ ਇਲਾਜ ਨਹੀਂ। 17 ਜਨਵਰੀ ਥੋੜਾ ਪੜ੍ਹ ਲਿਖ ਕੇ ਆਇਆ ਕਰੋ, ਕਾਂਗਰਸ ਪ੍ਰਵਕਤਾ ਨੂੰ ਕਿਹਾ ਕਰੋ 17 ਜਨਵਰੀ 2001 ਕਿਰਪਾ ਕਰਕੇ ਪੜ੍ਹ ਲੈਣ, ਜਾ ਕੇ ਗੂਗਲ ਮਾਰ ਲੈਣ। RSS ਦਾ ਇੱਕ ਡੈਲੀਗੇਸ਼ਨ ਗਿਆ ਸੀ ਮਿਨੋਰਿਟੀ ਕਮਿਸ਼ਨ ਮਿਲਣ ਵਾਸਤੇ, ਔਰ ਕੈਟੇਗੋਰੀਕਲੀ ਸਟੇਟ ਕਰਕੇ ਆਇਆ ਸੀ ਕਿ ਸਿੱਖ ਇੱਕ ਸੈਪਰੇਟ ਰਿਲੀਜਨ ਹੈ, ਸਿੱਖ ਦੀ ਆਪਣੀ ਅਲੱਗ ਪਛਾਣ ਔਰ ਅਲੱਗ ਰਿਲੀਜਨ ਹੈ। ਇਹ ਕਹਿ ਕੇ ਆਇਆ, ਉੱਥੇ ਜਮਾ ਕਰਕੇ ਆਏ, ਔਰ ਇਹ ਗੱਲ ਸਰਕਾਰੀ ਖਾਤੇ ਜਮਾ ਹੈ, ਇਹ ਨਹੀਂ ਕੋਈ ਪ੍ਰਾਈਵੇਟ ਬੰਦੇ ਨੂੰ ਆਖਿਆ ਜੀ। ਪਹਿਲੀ ਗੱਲ। ਦੂਜੀ ਗੱਲ, ਹੁਣੇ ਤੇ ਇਲੈਕਸ਼ਨ ਹਾਰੇ ਨੇ ਨਾਗਾਲੈਂਡ ਵਿੱਚ, ਮੇਘਾਲਿਆ ਵਿੱਚ, ਜਿੱਥੇ ਕ੍ਰਿਸਚਨ ਮਿਨੋਰਿਟੀ ਨੇ,
0/0 ਸੀਟਾਂ ਆਈਆਂ ਨਹੀਂ, ਲੋਕਾਂ ਨੇ ਮੂੰਹ ਤੋੜ ਜਵਾਬ ਦੇ ਦਿੱਤਾ, ਦਿਖਾਤਾ ਕਿ ਕੀ ਹਾਲਤ ਹੈ ਉੱਥੇ ਤ੍ਰਿਪੁਰਾ 'ਚ ਬਿਲਕੁਲ 0/0। ਤੇ ਇਹ ਤੇ ਅਧਿਕਾਰ ਹੀ ਨਹੀਂ ਨੂੰ ਕਹਿਣ ਵਾਸਤੇ, ਅਗਰ ਮਿਨੋਰਟੀਜ਼ ਦਾ ਇੰਨਾ ਦੋਖੀ ਹੋਏ ਬੰਦਾ ਤੇ ਕਿਉਂ ਵੋਟ ਪਾਉਣਗੇ ਮਿਨੋਰਟੀਜ਼। ਤੀਜੀ ਗੱਲ, ਇਹ ਗੱਲ ਕਰਦੇ ਨੇ ਕੋਈ CAA ਦੀ, ਇਹ ਦੱਸਣ ਇਹ ਦੋਖੀ ਨੇ ਹਿੰਦੂਆਂ ਦੇ ਤੇ ਇਹ ਦੋਖੀ ਨੇ ਸਿੱਖਾਂ ਦੇ, ਜਿਨ੍ਹਾਂ ਖਿਲਾਫ ਪੜਤਾਲਾਂ ਹੁੰਦੀ ਹੈ ਅਫਗਾਨਿਸਤਾਨ ਤੇ ਪਾਕਿਸਤਾਨ ਵਿੱਚ, ਜਿੱਥੇ ਸਾਡੀ ਧੀ ਮੀਡੀਆ ਨੂੰ ਚੱਕ ਕੇ ਲੈ ਜਾਂਦੇ ਨੇ, ਇਹ ਚੂੰ ਤੱਕ ਨਹੀਂ ਕਰਦੇ। ਉਹ ਕਿੱਥੇ ਜਾਣਗੇ? ਉਹ ਹਿੰਦੁਸਤਾਨ ਦੇ ਇਲਾਵਾ ਕੋਈ ਹੋਰ ਦੇਸ਼ ਹੈ? ਜਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਣੇ ਸਨ, ਉਹ ਮੋਦੀ ਜੀ ਲੈ ਕੇ ਆਏ ਉੱਥੋਂ ਅਫਗਾਨਿਸਤਾਨ ਤੋਂ, ਇਹਨਾਂ ਦੀ ਸਰਕਾਰਾਂ ਨੇ ਕੁਝ ਕੀਤਾ ਨਹੀਂ, ਉੱਥੇ ਪੜਤਾਲਾਂ ਹੁੰਦੀ ਸੀ ਲਗਾਤਾਰ। ਤੀਜੀ ਗੱਲ, ਇਹਨਾਂ ਨੂੰ ਇਹ ਪੁੱਛੋ, ਜਦ ਟ੍ਰਿਪਲ ਤਲਾਕ ਦੀ ਆਪਾਂ ਗੱਲ ਕਰਦੇ ਹਾਂ, ਟ੍ਰਿਪਲ ਤਲਾਕ ਬੈਨ ਕਰਦੇ ਹਾਂ, ਤੇ ਉਹ ਮੁਸਲਮਾਨਾਂ ਵਾਸਤੇ ਹੈ ਜਾਂ ਕਿਸੇ ਹੋਰ ਕੌਮ ਵਾਸਤੇ ਹੈ? ਉਹ ਮੁਸਲਮਾਨ ਜਿਹੜੀ ਬੇਟੀਆਂ ਨੇ ਉਹ ਸਾਰੀ ਬੇਟੀਆਂ ਨਹੀਂ, ਉਹ ਕਿਸੇ ਹੋਰ ਦੀ ਬੇਟੀਆਂ ਨੇ, ਉਹਨਾਂ ਨੂੰ ਜਦ ਮਰਜ਼ੀ ਜੋ ਜਵਾਬ ਲੈ ਲੈਣ। ਬਿਲਕੁਲ ਲਵਾਂਗੇ ਬਿਲਕੁਲ। ਖੜ ਜਾਓ ਯਾਰ, ਖੜ ਜਾ, ਮੈਂ ਤੈਨੂੰ ਟੋਕਿਆ ਨਹੀਂ ਤੇ ਮੈਂ ਵੀ ਗੱਲ ਕੰਪਲੀਟ ਕਰੋ। ਉਹ ਖੜ ਜਾ ਯਾਰ, ਖੜ ਜਾ ਗੱਲ ਕੰਪਲੀਟ ਕਰੋ, ਗੱਲ ਕੰਪਲੀਟ ਖੜੇ ਆ, ਤੁਸੀਂ ਬੋਲੋ, ਜਵਾਬ ਲੈ, ਸੁਣਿਓ ਜ਼ਰੂਰ। ਯਾਰ ਕਮਾਲ ਹੀ ਹੋ ਗਈ, ਮਤਲਬ ਇੰਨੇ ਉਤਾਵਲੇ ਤੇ ਨਹੀਂ ਦੇਖੇ ਮੈਂ। ਠੀਕ ਹੈ ਸਿੰਘ ਸਾਹਿਬ, ਜਵਾਬ ਕੰਪਲੀਟ ਕਰੋ, ਆਪਣੀ ਗੱਲ ਕੰਪਲੀਟ ਕਰੋ। ਤੇ ਉਹ ਬੋਲੇ ਨਹੀਂ ਅਸੀਂ ਜੀ, ਅਸੀਂ ਕਿੱਥੇ ਬੋਲੇ? ਔਰ ਇਹਨਾਂ ਨੇ ਕਹਿਤਾ ਜੀ ਅਸੀਂ 84 ਦੀ ਗੱਲ, ਕੌਣ ਭੁੱਲ ਸਕਦਾ ਪੰਜਾਬ ਦਾ 30,000 ਬੱਚਾ ਤੁਸੀਂ ਮਰਵਾਤਾ ਆਪਣੀ ਸੱਤਾ ਦੇ ਚਲਦੇ ਹੋਏ, ਔਰ ਮੈਜੋਰਿਟੀ ਵੋਟ ਦਾ ਖੇਡ ਜਿਹਨੇ ਪਹਿਲੀ ਵਾਰ ਕੀਤਾ। ਮੈਂ ਫਿਰ ਵਾਪਸ ਕਹਿ ਰਿਹਾ ਜੀ, ਕਿਰਪਾ ਕਰਕੇ ਲੋਕ ਜਿਹੜਾ ਖਾਲਿਸਤਾਨ ਕੌਂਸਪੀਰੇਸੀ ਕਿਤਾਬ ਹੈ, ਉਹ ਸਵਰਨ ਸਿੰਘ ਜਿਹੜੇ ਇਹਨਾਂ ਦੀ ਸਰਕਾਰ ਦੇ ਮੰਤਰੀ ਸਨ, ਉਹਨੇ ਤੇ ਜਵਾਈ ਨੇ ਲਿਖੀ ਕਿਤਾਬ, ਹੋਰ ਕਿਸੇ ਨੇ ਲਿਖੀ। ਉਹਨੇ ਕਿਹਾ ਕਿ ਇਹ ਪੂਰੇ ਜਿਹੜਾ ਲੋਕੀ ਗਿਆ ਕੀਤਾ, ਸਭ ਕੁਝ ਕੀਤਾ ਸਰ ਇਸ ਕਰਕੇ ਕਿ ਅਸੀਂ 1984 ਦਾ ਜਾਂ 85 ਦਾ ਜਿਹੜਾ ਇਲੈਕਸ਼ਨ ਪਹਿਲੇ ਪਲਾਨ ਸੀ, ਉਹ ਜਿੱਤਣ ਕਰਕੇ ਅਸੀਂ ਜਿਹੜੇ ਸਭ ਤੋਂ ਦੇਸ਼ ਭਗਤ ਕੌਮ ਸੀ ਉਹਨੂੰ ਅਸੀਂ ਖਾਲਿਸਤਾਨੀ ਪੇਂਟ ਕਰ ਦਈਏ। ਠੀਕ ਹੈ ਸਿੰਘ ਸਾਹਿਬ, ਜਵਾਬ ਲੈਣ ਦਿਓ। ਇੱਕ ਮਿੰਟ ਰੁਕ ਜਾਓ। ਔਰ ਜਿੱਥੇ ਤੱਕ ਕਿਸਾਨ ਅੰਦੋਲਨ ਦੀ ਗੱਲ ਕੀਤੀ, ਰਵਨੀਤ ਬਿੱਟੂ ਸੀ ਜਿਹਨੇ ਪਹਿਲੀ ਵਾਰ ਜਾ ਕੇ ਕਿਹਾ ਕਿ ਇਹ ਖਾਲਿਸਤਾਨੀ ਬੈਠੇ ਨੇ, ਕਿਰਪਾ ਕਰਕੇ ਦੇਖ ਲੈਣ, ਮੈਂ ਤਾਰੀਖ ਯਾਦ ਦਿਲਾਉਂਦਾ ਜੀ, 21 ਜਨਵਰੀ ਦੀ ਗੱਲ ਹੈ। ਰਵਨੀਤ ਬਿੱਟੂ ਉੱਥੇ ਗਏ ਸਨ, ਨਾਲ ਉਹਨਾਂ ਦੇ ਨਾਲ ਸਾਂਸਦ ਜਿਹੜੇ ਆਪਣੇ ਇੱਥੇ ਦੇ ਅੰਮ੍ਰਿਤਸਰ ਦੇ ਨਾਲ ਗਏ ਸਨ। ਉੱਥੇ ਰਵਨੀਤ ਬਿੱਟੂ ਦਾ ਬਿਆਨ ਆਇਆ, ਜਦ ਰਵਨੀਤ ਬਿੱਟੂ ਦੀ ਕੁੱਟ ਲੱਗੀ ਉੱਥੇ ਬਿਆਨ ਆਇਆ ਕਿ ਇਹ ਸਾਰੇ ਖਾਲਿਸਤਾਨੀ ਬੈਠੇ ਨੇ। ਜਵਾਬ ਲੈਣੇ ਬਰਿੰਦਰ ਸਿੰਘ ਢਿੱਲੋਂ। ਹਾਂਜੀ, ਹੁਣ ਜਿਹੜੀ ਇਹ ਗੂਗਲ ਔਰ WhatsApp ਯੂਨੀਵਰਸਿਟੀ ਇਹ ਪੜ੍ਹਾ ਰਹੇ ਆ ਨਾ, ਇੱਥੇ ਇਹਨਾਂ ਨੂੰ ਕਹੋ ਬੰਦ ਕਰਨ ਔਰ ਫੈਕਟਸ ਦੇ ਉੱਤੇ ਆਉਣ। ਸਭ ਤੋਂ ਵੱਧ ਉਸ ਸਮੇਂ 1984 ਵੇਲੇ BJP ਦੇ ਲੀਡਰ ਸੀ ਜਿਹੜੇ ਕਹਿੰਦੇ ਸੀਗੇ ਵੀ ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਦੇ ਟੈਂਕ ਤੋਪਾਂ ਚਲਾਓ, ਔਰ ਇਸ ਟਾਈਮ ਸਿੱਖਾਂ ਦੇ ਉਲਟ ਸਭ ਤੋਂ ਵੱਧ ਅਗਰ ਉਸ ਟਾਈਮ ਕਿਸੇ ਨੇ ਹੇਟ ਕਰਾਈ, ਕਿਸੇ ਨੇ ਸ਼ੁਰੂ ਕੀਤਾ, ਕਿਸੇ ਨੇ ਏਜੰਡਾ ਸ਼ੁਰੂ ਕੀਤਾ, ਤੇ BJP ਦੇ LK ਅਡਵਾਨੀ ਤੋਂ ਲੈ ਕੇ ਇਹਨਾਂ ਦੇ ਟੌਪ ਮੋਸਟ ਲੀਡਰਸ ਨੇ ਕੀਤਾ। ਇਸ ਚੀਜ਼ ਨੂੰ ਇਹ ਡਿਨਾਈ ਕਰ ਸਕਦੇ ਆ? ਇਹ ਗੱਲ ਕਰ ਰਹੇ ਸੀ ਵੀ ਗਵਰਨਮੈਂਟ ਕੀ ਕਰ ਰਹੀ ਆ, ਗਵਰਨਮੈਂਟ ਜੋ ਕਰ ਰਹੀ ਆ ਉਹ ਵੱਖਰੀ ਗੱਲ ਆ। ਇਹਨਾਂ ਦੀ RSS ਆਈਡੀਓਲੋਜੀ ਜਿਹੜੀ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਆ, ਕਿ ਇਹਨਾਂ ਦੇ ਪ੍ਰਾਈਮ ਮਿਨਿਸਟਰ ਕਦੀ ਬਿਆਨ ਦੇਣਗੇ ਵੀ ਅਸੀਂ ਇੱਥੇ ਹਿੰਦੂ ਰਾਸ਼ਟਰ ਦੀ ਗੱਲ ਦੀ ਸਥਾਪਨਾ ਨਹੀਂ ਕਰਾਂਗੇ? ਮੈਂ ਬੋਲਦਾ ਜੀ, ਜਵਾਬ ਲੈ ਲਿਓ ਜੀ ਮੇਰੇ ਕੋਲੋਂ। ਬਿਆਨ ਅਗਰ ਸੈਕੂਲਰਿਜ਼ਮ ਦੇ ਉੱਤੇ ਇਹਨਾਂ ਪ੍ਰਤੀ ਆਇਆ ਹੋਵੇ, ਕੌਣ ਇਸ ਗੱਲ ਨੂੰ ਡਿਨਾਈ ਕਰ ਸਕਦਾ? ਸ਼ਰੇਆਮ ਇੱਥੇ ਖੜ ਕੇ ਬੋਲਣ ਦੀ ਗੱਲ ਕਰਨ ਦੀ ਗੱਲ, NRC CAA ਦੀ ਗੱਲ ਕਰਦੇ ਆ, ਜਿਹੜਾ ਰਜਿਸਟਰ ਆਫ ਕਿਹਨੂੰ ਟਾਰਗੇਟ ਹੋ ਰਿਹਾ? ਸਿਰਫ ਮਿਨੋਰਿਟੀਜ਼ ਟਾਰਗੇਟ ਹੋ ਰਹੀਆਂ, ਵੀ ਜਿਹੜੇ ਇੱਥੋਂ ਦੇ ਆਪਣੇ ਸਰਟੀਫਿਕੇਟ ਵਿਖਾਏ ਜਾਣ, ਆਪਣੇ ਉਹ ਜੰਪਲ ਵਿਖਾਈ ਜਾਣ। ਜਿਹੜੇ ਬਾਹਰ ਦੇ ਕੋਈ ਬੰਦੇ ਇੱਥੇ ਆ ਕੇ ਰਸਤੇ ਆ, ਤੁਸੀਂ ਉਹਨਾਂ ਨੂੰ ਬਾਹਰ ਕੱਢੋ, ਕੋਈ ਦਿੱਕਤ ਨਹੀਂ ਆ। ਲੇਕਿਨ ਜਿਹੜੀ ਇਹ ਗੱਲਾਂ ਕਰਦੀ ਆਈਡੀਓਲੌਗਸ ਆ, ਵੱਡੇ ਆਈਡੀਓਲੌਗਸ, ਅੱਜ ਮੈਨੂੰ ਦੱਸੋ, ਜਦੋਂ ਉੱਥੇ ਕੋਈ ਮੌਬ ਲਿੰਚਿੰਗ ਹੁੰਦੀ ਆ, ਪ੍ਰਾਈਮ ਮਿਨਿਸਟਰ ਦਾ ਇੱਕ ਪੁੱਲ ਟੇਕਦਾ ਵਾ, ਕੋਈ ਉੱਥੇ 5 ਬੰਦੇ ਜ਼ਖਮੀ ਹੁੰਦੇ ਆ, ਉੱਥੇ ਤਾਂ ਬਿਆਨ ਆ ਜਾਊਗਾ। ਲੇਕਿਨ ਸ਼ਰੇਆਮ ਮੌਬ ਲਿੰਚਿੰਗ ਹੋ ਰਹੀਆਂ ਵਾ, ਸ਼ਰੇਆਮ ਇੱਕ ਸਮੁਦਾਇ ਦੇ ਲੋਕਾਂ ਨੂੰ ਇੱਕ ਸਮੁਦਾਇ ਦੇ ਲੋਕ ਘੇਰ ਕੇ ਮਾਰ ਦਿੰਦੇ ਆ। ਅੱਜ ਤੱਕ ਕਦੀ ਇਹਨਾਂ ਨੇ ਐਕਸ਼ਨ ਲਿੱਤਾ ਉਹਨਾਂ ਖਿਲਾਫ? ਅੱਜ ਇਹਨਾਂ ਦੀ ਲੁੱਪਰ ਜਿਹੜੀ ਇੱਕ ਇਹਨਾਂ ਦੀ ਜਿਨ੍ਹਾਂ ਨੂੰ ਤੁਰੰਤ ਸਸਪੈਂਡ ਕਰਨਾ ਪਿਆ, ਕਿਸ ਤਰੀਕੇ ਦੀ ਬਿਆਨਬਾਜ਼ੀਆਂ ਕੀਤੀਆਂ ਸੀ ਉਹਨਾਂ ਨੇ? ਕੀ ਇਹਨਾਂ ਨੇ ਕਦੀ ਉਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਸੀਗਾ? ਇਹਨਾਂ ਦੀ ਲੁੱਪਰ ਇਹਨਾਂ ਦੀ ਸਪੋਕਸਪਰਸਨ ਸੀਗੀ, ਇਹਨਾਂ ਦੇ ਇੱਕ ਹੋਰ ਦਿੱਲੀ ਦੇ ਸਪੀਕਰ, ਕਿੰਨੀਆਂ ਬਿਆਨ, ਕਿੰਨੇ ਇਹਨਾਂ ਦੇ ਅੱਜ ਦੇ ਜਿਹੜੇ ਇਹਨਾਂ ਦੇ ਛੋਟੇ ਜਿਹੜੇ ਲੀਡਰਸ ਹੈਗੇ ਆ, ਕਿਸ ਤਰੀਕੇ ਦੀ ਹੇਟ ਸਿੱਖਾਂ ਦੇ ਖਿਲਾਫ, ਮਿਨੋਰਿਟੀਜ਼ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਫੈਲਾਉਂਦੇ ਆ। ਅੱਜ ਤੱਕ ਇਹਨਾਂ ਨੇ ਕਦੀ ਐਕਸ਼ਨ ਲਿੱਤਾ ਉਹਨਾਂ ਦੇ ਖਿਲਾਫ? ਨਰਿੰਦਰ ਮੋਦੀ ਜੀ ਜਿਹੜੇ ਉਹਨਾਂ ਲੋਕਾਂ ਨੂੰ ਫੋਲੋ ਕਰਦੇ ਆ, ਜਿਹੜੇ ਆਪਣਾ ਕੀ ਕਹਿੰਦੇ ਮੁਸਲਮਾਨਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਨਫ਼ਰਤ ਭਰੇ ਬਿਆਨ ਦਿੰਦੇ ਆ। ਇਹਨਾਂ ਦੇ ਦਿੱਲੀ ਵਾਲੇ MLA ਨੇ ਕੀ ਕੁਛ ਕਿਹਾ, ਇਹਨਾਂ ਦੇ UP ਵਾਲੇ MLA ਨੇ ਕੀ ਕੁਛ ਕਿਹਾ, ਵੀ ਕੱਟ ਦੋ, ਵੱਢ ਦੋ, ਇਹਨਾਂ ਨੂੰ ਮਾਰ ਦੋ, ਇਹਨਾਂ ਨੂੰ ਭਜਾ ਦੋ। ਇਹ ਕੀ ਕਹਿੰਦੇ ਬਾ
ਪਾਕਿਸਤਾਨ ਕਬੂਲ ਨਹੀਂ ਆ, ਉਹਨਾਂ ਨੂੰ ਅਸੀਂ ਆਪਣਾ ਕੀ ਕਹਿੰਦੇ ਇਸ ਤਰੀਕੇ ਨਾਲ। ਮੇਰਾ ਠੀਕ ਹੈ। ਸਿਰਫ ਇੰਨਾ ਕੁ ਕਹਿਣ ਦਾ ਮਤਲਬ ਆ, ਇਹਨਾਂ ਨੂੰ ਇਹ ਜਿਹੜੀਆਂ ਗੱਲਾਂ ਕਰ ਰਹੇ ਆ ਨਾ, ਇੱਕ ਦੋ ਗੱਲਾਂ ਕੱਢ ਕੇ ਪਿਕ ਐਂਡ ਚੂਜ਼ ਕਰ ਰਹੇ ਆ, ਪੁਰਾਣੀ ਹਿਸਟਰੀ ਤੋਂ ਸ਼ੁਰੂ ਕਰ ਲੈਣ ਤੇ ਅੱਜ ਤੱਕ ਲੈ ਲੈਣ। ਅੱਜ ਤੱਕ ਗੋਦਰਾ ਦੇ ਬਾਰੇ ਕਿਉਂ ਨਹੀਂ ਬੋਲਦੇ? ਗੋਦਰਾ ਦੇ ਵਿੱਚ ਕਿੰਨੇ ਮੁਸਲਮਾਨ ਮਾਰੇ ਗਏ, ਕਿੰਨੇ ਹਿੰਦੂ ਮਾਰੇ ਗਏ, ਉਹ ਕਿਹਨਾਂ ਦੇ ਸਟੇਟ ਸਪਾਂਸਰਡ ਰਾਈਟਸ ਨਹੀਂ ਸੀ? ਔਰ ਉਹਨਾਂ ਉਸ ਰਾਈਟਸ ਤੇ ਮੈਂ ਠੀਕ ਹੈ ਬਰਿੰਦਰ ਢਿੱਲੋਂ ਮੈਂ ਇਸ ਚਰਚਾ ਨੂੰ ਥੋੜਾ ਜਿਹਾ ਹੋਰ ਵਧਾ ਲੈਂਦੇ ਹਾਂ। ਵਿਰਸਾ ਸਿੰਘ ਵਲਟੋਹਾ ਸਾਹਿਬ ਵੀ ਸਾਡੇ ਨਾਲ ਜੁੜ ਰਹੇ ਨੇ, ਅਕਾਲੀ ਆਗੂ। ਵਲਟੋਹਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਮੇਰੇ ਨਾਲ ਬਰਿੰਦਰ ਢਿੱਲੋਂ ਮੌਜੂਦ ਨੇ ਕਾਂਗਰਸ ਆਗੂ ਵਜੋਂ, ਆਰਪੀ ਸਿੰਘ ਸਾਹਿਬ ਮੌਜੂਦ ਨੇ ਬੀਜੇਪੀ ਆਗੂ ਵਜੋਂ। ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਕੈਂਬਰਿਜ ਯੂਨੀਵਰਸਿਟੀ। ਗਗਨ ਰਿਕੁਐਸਟ ਹੈ ਮੇਰਾ, ਇੱਕ ਪਲੀਜ਼ ਜਿਹੜਾ ਹਿੰਦੂ ਰਾਸ਼ਟਰ ਜਵਾਬ ਲਵਾਂਗਾ, ਜਵਾਬ ਨਹੀਂ ਸੁਣ ਲਓ ਸਰ, ਉਹ ਗੱਲ ਵੱਧ ਜਾਏਗੀ, ਗੱਲ ਜ਼ਰੂਰੀ ਹੈ ਜਵਾਬ ਦੇਣਾ। ਇਹ ਨਹੀਂ ਤੇ ਹੁਣੇ ਰੀਸੈਂਟਲੀ ਹਾਰਡਲੀ ਇੱਕ ਹਫ਼ਤੇ ਤੋਂ ਘੱਟ ਦਾ ਟਾਈਮ ਹੈ, ਅਮਿਤ ਸ਼ਾਹ ਜਿਹੜੇ ਹੋਮ ਮਿਨਿਸਟਰ ਨੇ ਕੈਟੇਗੋਰੀਕਲ ਸਟੇਟ ਕੀਤਾ ਉਹਨਾਂ ਨੇ ਕਿ ਜਿਹੜੇ ਸਮਰਥਿੰਗ ਲਾਈਕ ਹਿੰਦੂ ਰਾਸ਼ਟਰ ਜਿਹੜਾ ਦੇਸ਼ ਹੈ, ਸੰਵਿਧਾਨ ਉਹ ਉੱਤੇ ਹੈ, ਸਾਰੇ ਇਸ ਰਾਸ਼ਟਰ ਸਿਰਫ ਇੱਕੋ ਰਾਸ਼ਟਰ ਹੈ, ਉਹ ਹੈ ਕਨਸਟੀਟਿਊਸ਼ਨ। ਇਹ ਕਿਰਪਾ ਕਰਕੇ ਇਹ ਨਹੀਂ ਦਾ ਉਹ ਜਿਹੜਾ ਉਹਨਾਂ ਦਾ ਇੰਟਰਵਿਊ ਚਲਾ ਦੋ। ਆਰਐਸਐਸ ਦੇ ਉੱਤੇ 52 ਸਾਲਾਂ ਬਾਅਦ ਹਿੰਦੁਸਤਾਨ ਦਾ ਝੰਡਾ ਚੜਾਇਆ। ਵਿਰਸਾ ਸਿੰਘ ਵਲਟੋਹਾ ਸਾਹਿਬ ਠੀਕ ਹੈ ਬਰਿੰਦਰ ਢਿੱਲੋਂ ਆਰਪੀ ਸਿੰਘ ਸਾਹਿਬ, ਇੱਕ ਮਿੰਟ ਵਿਰਸਾ ਸਿੰਘ ਵਲਟੋਹਾ ਸਾਹਿਬ ਨੂੰ ਮੈਂ ਸ਼ਾਮਿਲ ਕਰਦਾ ਇਸ ਚਰਚਾ ਦੇ ਵਿੱਚ। ਵਲਟੋਹਾ ਸਾਹਿਬ, ਮਸਲਾ ਇਹ ਹੈਗਾ ਰਾਹੁਲ ਗਾਂਧੀ ਕੈਂਬਰਿਜ ਯੂਨੀਵਰਸਿਟੀ ਵਿੱਚ ਇੱਕ ਬਿਆਨ ਦਿੰਦੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਹਿੰਦੂ ਜਿਹੜੇ ਸਿੱਖ ਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਦੇ ਨੇ, ਕ੍ਰਿਸਚੀਅਨਸ ਨੂੰ ਵੀ, ਤੇ ਇਸ ਨੂੰ ਲੈ ਕੇ ਵਿਵਾਦ ਜਿਹੜਾ ਹੈਗਾ ਪੱਕਿਆ। ਆਰਐਸਐਸ ਕਹਿੰਦੀ ਹੈ ਕਿ ਕਾਂਗਰਸ ਦੇ ਆਗੂ ਅਜਿਹੇ ਬਿਆਨ ਦਿੰਦੇ ਨੇ ਜਿਨ੍ਹਾਂ ਨੇ ਖੁਦ ਦਿੱਲੀ ਵਿੱਚ ਜੋ ਕੁਝ ਕੀਤਾ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਕਾਂਗਰਸ ਦੇ ਆਗੂ ਇਹ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਮਾਈਨੋਰਟੀ ਤੇ ਜਿਸ ਤਰੀਕੇ ਜ਼ੁਲਮ ਹੋ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈਗਾ, ਉਹ ਕਿਸੇ ਤੋਂ ਛਿਪਿਆ ਨਹੀਂ ਹੈਗਾ। ਸ਼੍ਰੋਮਣੀ ਅਕਾਲੀ ਦਲ ਦਾ ਕੀ ਕਹਿਣਾ ਇਸ ਬਿਆਨ ਨੂੰ ਲੈ ਕੇ? ਵਲਟੋਹਾ ਸਾਹਿਬ ਦੇਖੋ ਗਗਨ, ਜਿੱਥੋਂ ਤੱਕ ਰਾਹੁਲ ਗਾਂਧੀ ਦੀ ਸਟੇਟਮੈਂਟ ਦੀ ਗੱਲ ਹੈ, ਔਰ ਅਸੀਂ ਤੇ ਦੋਨੋਂ ਤੋਂ ਪੀੜਤ ਹੈ, ਔਰ ਹੈਰਾਨੀ ਹੋ ਰਹੀ ਹੈ ਕਿ ਸਿੱਖਾਂ ਦਾ ਕਾਤਲ ਜਿਹੜਾ ਹੈ ਅੱਜ ਮੁਨਸਫ ਬਣ ਕੇ ਨਜ਼ਰ ਆ ਰਿਹਾ ਹੈ। ਜਿਨ੍ਹਾਂ ਨੇ ਜੋ ਕੁਛ 84 ਚ ਵਾਪਰਿਆ ਵਾਰ-ਵਾਰ ਦੁਹਰਾਉਣ ਦੀ ਲੋੜ ਨਹੀਂ, ਤੇ ਮੇਰਾ ਖਿਆਲ ਹੈ ਕਿ 18ਵੀਂ ਸਦੀ ਦੇ ਵੀ ਜਿਹੜੇ ਜੁਰਮ ਸੀਗੇ ਉਹਨਾਂ ਨੂੰ ਵੀ ਜਿਹੜਾ ਆ 1984 ਨੇ ਮਾਤ ਪਾਤਾ ਸੀਗਾ। ਜਦੋਂ ਹੱਸਦੇ ਵਸਦੇ ਘਰਾਂ ਚੋਂ ਬੇਗਨਾ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਸੀ ਜੀ, ਤੇ ਨਾਅਰੇ ਵੱਜੇ ਸੀ ਕਿ ਮਾਰੋ ਸਰਦਾਰ ਕੋ, ਦੇਸ਼ ਕੇ ਗਦਾਰ ਕੋ, ਤੇ ਸ਼ਾਸ਼ ਕਿਨੇ ਘੜੀ, ਤੇ ਉਹਦੇ 'ਚ ਆਗੂ ਕੌਣ ਲੱਗੇ ਸੀ? ਸੱਜਣ ਕੁਮਾਰ ਵਰਗੇ, ਜਗਦੀਸ਼ ਟਾਈਟਲਰ ਵਰਗੇ ਜਿਹੜੇ ਅੱਜ ਵੀ ਇਹਨਾਂ ਦੀ ਸ਼ਾਇਦ ਐਗਜ਼ੈਕਟਿਵ ਦੇ ਵਿੱਚ ਨੇ, ਤੇ ਲਲਿਤ ਮਾਕਣ ਵਰਗੇ, ਤੇ ਅਰਜਨ ਦਾਸ ਵਰਗੇ, ਤੇ HKL ਭਗਤ ਵਰਗੇ, ਤੇ ਹੋਰ ਜਿਹੜੇ ਮੋਢੀ ਸੀਗੇ। ਔਰ ਦਰਬਾਰ ਸਾਹਿਬ ਤੇ ਬਿਨਾਂ ਕਿਸੇ ਸੂਚਨਾ ਤੋਂ, ਬਿਨਾਂ ਕਿਸੇ ਚੇਤਾਵਨੀ ਤੋਂ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਤੇ ਅਕਾਲ ਤਖ਼ਤ ਸਾਹਿਬ ਢੇਰੀ ਕੀਤਾ। ਉਹੀ ਗਾਂਧੀ ਪਰਿਵਾਰ ਹੈ। ਪਰ ਦੂਸਰੇ ਬੰਨੇ ਜਿਹੜਾ ਆ, ਜੇ ਆਪਾਂ ਕਹਿ ਦਈਏ ਕਿ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਨਾਲ ਚੱਲ ਰਹੀ ਹੈ, ਜਿਸ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ ਆ, ਇੱਕ ਤਰ੍ਹਾਂ ਦੀ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ, ਇਹ 'ਚ ਕੋਈ ਦੁਰਾਵਾ ਨਹੀਂ ਹੈ। ਪੋਲਰਾਈਜੇਸ਼ਨ ਜਿਹੜੀ ਹੈ ਸਪਸ਼ਟ ਨਜ਼ਰ ਆ ਰਹੀ ਹੈ। ਅੱਜ ਪੰਜਾਬ ਦੇ ਅੰਦਰ ਵੀ ਉਹੀ ਪੋਲਰਾਈਜੇਸ਼ਨ ਕਰਨ ਦੀ ਇੱਕ ਜਿਹੜੀ ਖੇਡ ਖੇਡੀ ਜਾ ਰਹੀ ਹੈ, ਔਰ ਉੱਥੇ ਜਿਹੜਾ ਕੇਂਦਰ ਸਾਇਲੈਂਟ ਹੈ। ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਮੈਨੂੰ ਇਸ ਗੱਲ ਦਾ ਆਰਪੀ ਸਿੰਘ ਜਵਾਬ ਦੇ ਦੇਣ ਕਿ ਕੱਲ ਹੀ ਅਜੇ ਸੁਪਰੀਮ ਕੋਰਟ 'ਚ ਭਾਰਤੀ ਜਨਤਾ ਪਾਰਟੀ ਨੇ SGPC ਦੀ ਪਟੀਸ਼ਨ ਜਿਹੜੀ ਭਾਈ ਰਾਜਵਾਨਾ ਦੇ ਬਾਰੇ ਸੀਗੀ, ਜਿਹੜੀ 11 ਸਾਲ ਤੋਂ ਪੈਂਡਿੰਗ ਸੀਗੀ, ਉਹਦੇ ਬਾਰੇ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਜਵਾਬ ਮੰਗਦਾ ਕਿ ਫੈਸਲਾ ਲਓ। ਅਖੀਰ ਤੁਸੀਂ ਜਵਾਬ ਕੀ ਦਿੰਦੇ ਜੇ? ਕਿਉਂਕਿ ਜਿਹੜਾ ਪੰਜਾਬ ਹੈ ਉਹ ਸਰਹੱਦੀ ਸੂਬਾ ਆ ਤੇ ਹਾਲਾਤ ਵਿਗੜਨ ਦਾ ਡਰ ਹੈ, ਇਸ ਕਰਕੇ ਜਿਹੜਾ ਅਜੇ ਫੈਸਲਾ ਨਹੀਂ ਲਿਆ ਜਾ ਸਕਦਾ। ਇਹ ਇੱਕ ਬੰਨੇ ਤੁਸੀਂ ਜਿਹੜੇ ਆ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਰਹੇ ਜੇ, ਇਹ ਗੁਜਰਾਤ ਦੇ ਵਿੱਚ ਜਿਹੜੇ ਬਿਲਕਿਸ ਬਾਨੋ ਦੇ ਪਰਿਵਾਰ ਦੇ ਕਾਤਲ ਉਹਨਾਂ ਨੂੰ ਛੱਡ ਰਹੇ ਜੇ, ਇੱਥੇ 28 ਸਾਲ ਤੋਂ ਬੈਠੇ ਆ, 32 ਸਾਲ ਤੋਂ ਬੈਠੇ ਆ, ਕਰਨਾਟਕਾ 'ਚ ਬੈਠੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਔਰ ਬੜੈਲ ਜੇਲ੍ਹ 'ਚ ਬੈਠੇ ਆ ਜਿਹੜੇ ਕੇਂਦਰ ਦੇ ਜਿਹੜੇ ਕੈਦੀ ਨੇ ਹੋਮ ਡਿਪਾਰਟਮੈਂਟ ਦੇ। ਕਦੀ ਕਿਸੇ ਬਾਰੇ ਫੈਸਲਾ ਲਿਆ ਜੀ? 2019 ਦੇ ਵਿੱਚ ਤੁਸੀਂ ਆਪਣੀ ਨੋਟੀਫਿਕੇਸ਼ਨ ਜਾਰੀ ਕਰਕੇ ਸਿੱਖਾਂ ਨੂੰ ਮਹਿਸੂਸ ਕਰਾਤਾ ਕਿ ਤੁਹਾਡੇ ਵਾਸਤੇ ਭਾਈ ਕੋਈ ਅਸੀਂ ਨਹੀਂ ਜੇ ਗਿਣਦੇ, ਤੁਸੀਂ ਵੀ ਸਿੱਖ ਜੇ। ਵਲਟੋਹਾ ਸਾਹਿਬ ਜਵਾਬ ਲੈ ਲੈਣੇ। ਆਰਪੀ ਸਿੰਘ ਸਾਹਿਬ, ਸਿੱਧਾ ਜਿਹਾ ਸਵਾਲ ਕਿ ਕੱਲ ਜੋ ਸੁਪਰੀਮ ਕੋਰਟ ਦੇ ਵਿੱਚ ਹੋਇਆ, ਸਰਕਾਰ ਕਹਿੰਦੀ ਹੈ ਕਿ ਅਸੀਂ ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਛੱਡ ਸਕਦੇ, ਖਦਸ਼ਾ ਪ੍ਰਗਟਾਇਆ ਜਾਂਦਾ ਹੈ ਕਿ ਮਾਹੌਲ ਵਿਗੜ ਸਕਦਾ ਹੈ ਪੰਜਾਬ ਦਾ।
ਪੰਜਾਬ ਦਾ ਮਾਹੌਲ ਅੱਜ ਕੀ ਹੈ ਸਭ ਨੂੰ ਪਤਾ ਨਾ, ਜਾਣਕਾਰੀ ਪੰਜਾਬ ਵਿੱਚ ਕਿੰਨਾ ਥਾਣੇ ਤੇ ਕਬਜ਼ੇ ਕਰਕੇ ਥਾਣੇ ਤੋਂ ਲੋਕੀ ਛੁਡਵਾ ਕੇ ਲੈ ਕੇ ਚਲੇ ਜਾਂਦੇ ਨੇ ਲੋਕੀ, ਔਰ ਪੂਰੇ ਉੱਥੇ ਦੀ ਸਰਕਾਰ ਚੁੱਪ ਰਹਿੰਦੀ ਹੈ, ਸਰਕਾਰ ਉੱਥੇ ਐਕਸ਼ਨ ਨਹੀਂ ਲੈ ਪਾਉਂਦੀ। ਛੇ ਪੁਲਿਸ ਅਫਸਰ ਫੱਟੜ ਹੁੰਦੇ ਨੇ, ਕੋਈ ਚੂ ਨਹੀਂ ਕਰਦਾ, ਗੱਲ ਨਹੀਂ ਕਰਦਾ। ਖੈਰ ਇਸ਼ੂ ਨਹੀਂ ਹੈ, ਮੈਂ ਗੱਲ ਬੜੀ ਸਪਸ਼ਟ ਕਹਿ ਰਿਹਾ ਤੁਹਾਡੇ ਤੱਕ, ਤੁਹਾਡੇ ਸਾਰੇ ਵੀਰ ਨੂੰ ਪਤਾ ਲੱਗੇ। ਬਲਟੋਆ ਸਾਹਿਬ ਕਿਰਪਾ ਕਰਕੇ ਬੰਗਲੌਰ ਦਾ ਕੇਸ ਜਿਹੜਾ ਸਪੈਸੀਫਿਕ ਕੇਸ ਜਿਹੜਾ श्री मुकुल रोहतगी का वकील किया, मुकुल रोहतगी को अपने कागज से लिख के दे कि बेंगलुरु वाला केस छुटना चाहिए सरकार उसे बीजेपी से मैं तो चल के वो केस छुट कर आवागा आप, मैं ओपनली कह रहे हैं जी। परंतु वो कोई अच्छे ढंग वकील को लिखवा के लेके आओ, डॉक्यूमेंटेशन लेके आओ क्यों कितना और क्यों छुट्टा है। मैं उस पक्ष से चाहूँगा कि जिस टर्म पूरी हो चुकी, जिदा पूरा काल हो चुका और वो छुटना चाहिए, बिल्कुल छुटना चाहिए, कोई कारण ना छुटन का जी। पर जिहदी टर्म पूरी हो चुकी है, जिहदा कानूनी तौर पर टर्म पूरी हो चुकी है, वो किसी कारण तो छुटना नहीं चाहिए। जिथे तक गुजरात का जो कहते हैं बिल्कुल बानो वाला जो राजीव गांधी है स्टेट गवर्नमेंट ने किया है, और मैं हम भी कहते जिथे भी सिख जड़ा भी बंदी सिंह जिहदी टर्म पूरी हो चुकी है वो स्टेट गवर्नमेंट नूं उत्थे तुरंत दे तुरंत इनिशिएटिव लैके छड्डना चाहिए, वो स्टेट गवर्नमेंट नूं खड़ा होकर अड़ना चाहिए, लड़ना चाहिए। पहली गल। दूजी गल ये फिर कर दसदा, एक बलटोआ साहब को जानकारी है 16 जनवरी 1981 च जाके क्या कि सिख अलग कौम है, अलग पंथ है, अलग धर्म है, ये एडमिटेड है, वही अलग पहचान है, ये एडमिटेड है टू द मिनॉरिटी कमीशन, नो लेस। पर उन्होंने कहना कि वो पढ़ना लिखना है नहीं, जानकारियां करनी नहीं। तीजी गल अमित शाह जी का होम मिनिस्टर साहब का पिछले हफ्ते का इंटरव्यू है जिस बड़ा कैटेगरी जब उन्हें पूछा कि हिंदू राष्ट्र की गल, उन्हें कहा यह देश सिर्फ एको चीज नाल चलता है संविधान नाल, कोई राष्ट्र की गल होर हो नहीं सकती। ये बड़ा कैटेगोरिकल आख्या। हाँ इन्होंने सिखा बलटोआ साहब नहीं जो कांग्रेस के प्रवक्ता ने उन्होंने सिखा मार पैंदी बाहर अच्छा लगता है, बहुत अच्छी गल है, उन्होंने लगता भी ये ठीक है, सिख बाहर प्रताड़ित होंगे रहन, अच्छी गल है। एक गल दसन कि जगदीश सैटल की प्यारा कांग्रेस का वो बार बार जेड़ा कि फुल बंगश के केस एडमिटेड है, ਉਹਦੀ ਕੱਲ कोर्ट की तारीख है, हले कल कोर्ट की तारीख हले उत्थे वो जानकारियां आईयां जेड़ी सीबीआई ने जांच की है, वो हले बरी नहीं होया, उन्होंने एक क्लीन चिट सर्टिफिकेट देंदे ने कि नहीं वो बरी हो गया जी, ओदा कोई गल नहीं। मैं तुहानू दस दिंदा गल एक मिनट सुनो, गल की हैगी है जी जी। जगदीश सैटल वो सज्जन है जिदा स्टिंग ऑपरेशन है, जिहदे च उन्हें आख्या कि मैं जिस दिन जब 1984 हो रही थी मैं राजीव गांधी नाल सड़कों से घूमता पिया सी और वेख रहा सी कितनी दुकानें जिन्नियां की होया, वो जानकारी असीं इकट्ठी कर रहे सा। ये ਉਹਦਾ ਬਿਆਨ ਹੈ, ਸਟਿੰਗ ਆਪਰੇਸ਼ਨ ਹੈ। ਇਸ ਗੱਲ ਤੋਂ ਇਹ ਤੇ ਇਹ ਇਹੋ ਜਿਹੀ ਪਾਰਟੀ ਹੈ ਜਿਹਦਾ ਜਿਹੜਾ ਪ੍ਰਦੇਸ਼ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਬਣਾਤਾ, ਉਹ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖਾਂ ਦੀ ਦੁਕਾਨਾਂ ਕਿਹੜੀ ਚੱਲੀਆਂ ਕਿਹੜੀ ਨਹੀਂ ਚੱਲੀਆਂ ਉਹ ਵੇਖਦਾ ਸੀ। ਇਹ ਗੱਲ ਕਰਦੇ ਨੇ ਮਿਨੋਰਟੀ ਤੇ ਪ੍ਰਤਾੜਨ ਦੀ। ਵਿਰਸਾ ਸਿੰਘ ਬਲਟੋਆ ਸਾਹਿਬ ਜਿਹੜਾ ਉਸ ਵੇਲੇ ਦਿੱਲੀ ਦੇ ਵਿੱਚ ਹੋਇਆ, ਔਰ ਦੋਵੇਂ ਸਵਾਲ ਅਸੀਂ ਲਏ ਸੀਗੇ, ਜਿਹੜਾ ਕੁਝ ਦਿੱਲੀ ਵਿੱਚ ਉਸ ਵੇਲੇ ਹੋਇਆ ਸੀਗਾ ਕਿ ਉਸ ਵਿੱਚ ਜਾਂ ਜਿਹੜਾ ਦਰਬਾਰ ਸਾਹਿਬ ਤੇ ਜੋ ਅਟੈਕ ਹੋਇਆ ਉਸ ਦੇ ਵਿੱਚ ਬੀਜੇਪੀ ਨੂੰ ਕਲੀਨ ਚਿਟ ਦਿੱਤੀ ਜਾ ਸਕਦੀ ਹੈ, बीजेपी उसके विच इंक्लूड नहीं सी? कोई दरावां नहीं गया कि चाहे उस समय सिखां दे विरुद्ध समुचे देश दियां राजनीतिक पार्टियां चाहे वो कांग्रेस सीगे चाहे भारतीय जनता पार्टी सी जां कोई भी जिहड़ी पार्टी सीगी, हरेक धिर जिहड़ी है सिखां दे विरोध आण के खड़ोती सीगी, और उहदे च भारतीय जनता पार्टी दी उस समय दी लीडरशिप ने भी बड़ा वड्डा रोल अदा कीता सी विरोध दे विच। पर जे आपां कह दईए कि जो कुछ कदम चुकिया गया, दरबार साहब दे उत्ते अटैक किया गया, ते जिहड़े देश के राष्ट्रपति ज्ञानी जैल सिंह कहंदे कि मैनूं नहीं पता लगन दिता गया, ते कोई ये तो है नहीं कि किसी होर नाल सलाह कीती सीगी। कामरेड बड़ा विरोध करदे सीगे उस समय, जिहड़ी सिख मूवमेंट सीगी, हरकिशन सिंह सरजीत सी जिहड़े पंजाब नाल संबंधित सीगे, वो डट के विरोध करदे सीगे। चलो ये अलग विषय आ, पर सब तो वड्डी गल है कि देखो गगन पूरी दुनिया च किते विधवा कलोनी है नहीं। तुसीं दिल्ली च जाके कह दिओ ना कि मैं विधवा कलोनी जाना ते तुहानूं लै जाणगे, ते विधवा कलोनी जिहड़ी आ वो दिल्ली च ते दिल्ली दे मत्थे ते कलंक है देश दे उत्ते कि वो विधवावां वो ने जिहड़ियां राजीव गांधी ने जिहड़ियां विधवावां कीतियां सी, जिन्हां दे बेदोशे ਜਿਹੜੇ ਘਰ ਵਾਲੇ ਸੀਗੇ ਉਹਨਾਂ ਨੂੰ ਕਤਲ ਕੀਤਾ, ਜਿਨ੍ਹਾਂ ਦੇ ਪਰਿਵਾਰ ਦੇ ਕਤਲ ਕੀਤੇ ਸੀ, ਉਹ ਵਿਧਵਾਵਾਂ ਵਿਚਾਰੀਆਂ ਅੱਜ ਵਿਧਵਾ ਕਲੋਨੀ ਦੇ ਵਿੱਚ ਰਹਿੰਦੀਆਂ ਨੇ। ਜੀ ਜੀ ਅਸੀਂ ਕਿਵੇਂ ਰਾਹੁਲ ਗਾਂਧੀ ਦੀ ਇਸ ਗੱਲ ਨੂੰ, ਇਹ ਸਿਆਸਤ ਹੈ, ਸਿਆਸਤ ਦੇ ਵਿੱਚ ਆਪਣੇ ਅਤੀਤ ਨੂੰ ਨਾ ਭੁੱਲੋ, ਜੋ ਤੁਸਾਂ ਗੁਨਾਹ ਕੀਤੇ ਹੈ, ਜੋ ਤੁਸਾਂ ਪਾਪ ਕੀਤੇ ਹੈ, ਜੋ ਤੁਸਾਂ ਜ਼ਬਰ ਤੇ ਜ਼ੁਲਮ ਕੀਤੇ ਹੈ, ਉਹਨੂੰ ਨਾ ਭੁੱਲੋ।
ਜਾਂ ਤੇ ਦੂਜਾ ਜਿਹੜਾ ਸਿੰਘ ਸਾਹਿਬ ਕਹਿ ਰਹੇ ਨੇ ਕਿ ਸਟੇਟ ਗਵਰਨਮੈਂਟ ਦਾ ਮਸਲਾ ਹੈਗਾ ਬੰਦੀ ਸਿੰਘਾਂ ਦਾ। ਨਹੀਂ, ਮੈਂ ਬੇਨਤੀ ਕਰਦਾ ਜੀ, ਮੈਂ ਬੇਨਤੀ ਕਰਦਾ, ਹੁਣ ਦੇਖੋ ਸਟੇਟ ਗਵਰਨਮੈਂਟ ਦਾ ਮਸਲਾ ਇਹ ਆ, ਇੱਕ ਬੰਦੀ ਸਿੰਘ ਜਿਹੜਾ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਦੀ 1.5 ਸਾਲ ਤੋਂ ਫਾਈਲ ਮੁਕੰਮਲ ਹੋ ਕੇ ਜਿਹਦੇ ਉੱਤੇ ਲਿਖਿਆ ਕਿ ਕੇਸ ਰਿਹਾਈਯੋਗ ਹੈ, ਹਾਂਜੀ, ਉਹ ਕੇਜਰੀਵਾਲ ਦੇ ਟੇਬਲ ਤੇ ਪਈ ਹੈ। ਔਰ ਜਿਹੜੇ ਕਰਨਾਟਕਾ ਦੇ ਹੈਗੇ ਨੇ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਉੱਥੇ ਸਰਕਾਰ ਹੈ, ਭਾਈ ਗੁਰਦੀਪ ਸਿੰਘ ਖੈੜਾ ਜਿਹੜੇ 32 ਸਾਲ ਤੋਂ ਬੰਦ ਨੇ, ਤੇ ਜਿਨ੍ਹਾਂ ਨੂੰ 2 ਕੇਸਾਂ 'ਚ ਸੇਮ ਸਜ਼ਾ ਹੋਈ, ਦਿੱਲੀ ਵਾਲੇ ਕੇਸ 'ਚ ਵੀ ਤੇ ਕਰਨਾਟਕਾ ਵਾਲੇ ਕੇਸ 'ਚ ਵੀ। ਤੇ ਦਿੱਲੀ ਵਾਲੇ ਕੇਸ 'ਚ ਇਹਨਾਂ ਨੂੰ ਜਿਹੜਾ ਆ 2010 ਦੇ ਵਿੱਚ ਬਰੀ ਕਰ ਦਿੱਤਾ ਜਾਂਦਾ ਆ, ਉਹਨਾਂ ਦੀ ਸਜ਼ਾ ਮੁਕੰਮਲ ਕਰ ਦਿੱਤੀ ਜਾਂਦੀ ਹੈ, ਰਿਹਾ ਕਰ ਦਿੱਤਾ ਜਾਂਦਾ ਆ, ਉਸੇ ਕੇਸ 'ਚ ਸਜ਼ਾ ਆ। ਤੇ ਅੱਜ 13 ਸਾਲ ਹੋਰ ਹੋ ਗਿਆ ਹੈ, ਉਹਦੇ 'ਚ ਕੋਈ ਫੈਸਲਾ ਨਹੀਂ ਲਿਆ ਜਾਂਦਾ। ਸੇਮ ਕੇਸ ਹੈ, ਸੇਮ ਸਮੇਂ ਸਜ਼ਾ ਹੋਈ, ਸਜ਼ਾ ਇਕੱਠੀ ਚੱਲ ਰਹੀ ਹੈ। ਦਿੱਲੀ ਵਾਲੇ 'ਚ ਉਸ ਕੇਸ 'ਚ ਉਹਨਾਂ ਨੂੰ ਗੁੱਡ ਕੰਡਕਟ, ਗੁੱਡ ਵਰਕ ਕਰਕੇ ਜਿਹੜਾ ਆ, ਹਾਂਜੀ, ਉਹ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਆ, ਸਜ਼ਾ ਉਮਰ ਕੈਦ ਹੈ। ਔਰ ਦੂਸਰੀ ਗੱਲ ਜਿਹੜੀ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਭਾਈ ਰਾਜੋ ਉਹਨਾਂ ਨੂੰ ਰਿਹਾ ਕਰੋ। ਅੱਜ ਤੇ ਫਿਲਹਾਲ ਇਹ ਕਿਹਾ ਜਾ ਰਿਹਾ ਆ ਕਿ ਜਿਹੜੀ ਪਟੀਸ਼ਨ ਹੈ, ਜਿਹੜੀ 11 ਸਾਲ ਤੋਂ ਪੈਂਡਿੰਗ ਹੈ ਹੋਮ ਡਿਪਾਰਟਮੈਂਟ ਕੋਲੇ, ਕੇਂਦਰ ਸਰਕਾਰ ਕੋਲੇ, ਉਹਦੇ ਬਾਰੇ ਕੋਈ ਫੈਸਲਾ ਹਾਂ ਜਾਂ ਨਾ, ਜੋ ਵੀ ਕਰਨਾ ਤੁਸੀਂ ਕਰੋ। ਤੇ ਤੁਸੀਂ ਉਹਦਾ ਬਣਾ ਕੇ ਜੀ ਇਹ ਮਾਹੌਲ ਵਿਗੜ ਜੂ। ਇਹਦਾ ਮਤਲਬ ਕੀ ਮਾਹੌਲ, ਜੇ ਤੁਸੀਂ ਕੋਈ ਵੀ ਫੈਸਲਾ ਲੈਣ ਦੇ ਯੋਗ ਨਹੀਂ, ਕੇਂਦਰ ਦੀ ਸਮਰੱਥ ਸਰਕਾਰ ਜਿਹੜੀ ਹੈ, ਤੁਸੀਂ ਨਾ ਕਰਦੇ ਹੋ, ਆਪੇ ਸੁਪਰੀਮ ਕੋਰਟ ਦੇਖ ਲੂਗਾ ਵੀ ਨਾ ਬਣਦੀ ਹੈ ਕਿ ਨਹੀਂ ਬਣਦੀ। ਨਾ ਤੁਸੀਂ ਹਾਂ ਕਰਦੇ ਜੇ, ਨਾ ਤੁਸੀਂ ਨਾ ਕਰਦੇ ਜੇ, ਉਲਟਾ ਇਹ ਕਹਿੰਦੇ ਜੀ ਕਿ ਪੰਜਾਬ ਦਾ ਮਾਹੌਲ ਵਿਗੜ ਜੂਗਾ, ਤੁਹਾਨੂੰ ਅਸੀਂ ਫਿਰ ਹਮਦਰਦ ਕਿ ਨਹੀਂ ਹੈ। ਔਰ ਦੂਸਰੀ ਤਰ੍ਹਾਂ ਜਿਹੜੀ ਹੈ, ਇਹ ਕਹਿੰਦੇ ਆ ਜੀ ਜਿਹੜਾ ਸੰਘ ਹੈ ਉਹ ਸਿੱਖਾਂ ਨੂੰ, ਸਿੱਖ ਕੌਮ ਨੂੰ ਸਵੀਕਾਰ ਕਰਦਾ ਹੈ, ਤੇ ਫਿਰ ਤੁਹਾਡੀ ਸਰਕਾਰ ਹੈ, ਬਹੁਮਤ ਹੈ, 25 ਧਾਰਾ ਅੱਜ ਜਿਹੜਾ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਿਆ ਹੈ, ਹਿੰਦੂ ਭਾਈਚਾਰਾ, ਹਿੰਦੂ ਧਰਮ ਦਾ, ਉਹ ਬਦਲੋ। ਹਾਂਜੀ, ਕਹਿ ਦਿਓ ਕਿ ਸਿੱਖ ਇੱਕ ਵੱਖਰੀ ਕੌਮ ਹੈ, ਉਹਦੇ ਵਿੱਚ ਲਿਖੋ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਜਾਂ ਈਸਾਈਆਂ ਨੂੰ ਜਾਂ ਦੂਸਰੇ ਧਰਮਾਂ ਨੂੰ ਮਾਨਤਾ ਦਿੱਤੀ ਹੈ, ਉਸੇ ਤਰ੍ਹਾਂ ਸਿੱਖ ਧਰਮ ਨੂੰ ਮਾਨਤਾ ਦੇ ਦਿਓ। ਅਸੀਂ ਵੀ ਸਵੀਕਾਰ ਕਰ ਲਾਂਗੇ, ਭਾਰਤੀ ਜਨਤਾ ਪਾਰਟੀ ਨੇ ਕੋਈ ਨਾ ਕੋਈ ਸਾਡੇ ਲਈ ਕਦਮ ਪੁੱਟਿਆ ਹੈ। ਹਾਂਜੀ, ਇਸ ਤਰ੍ਹਾਂ ਗੱਲਾਂ ਨਹੀਂ ਬਣਦੀਆਂ ਹੁੰਦੀਆਂ। ਐਵੇਂ ਆਪਾਂ ਕਹਿ ਦਈਏ ਜੀ ਉੱਥੇ ਕਰਨਾਟਕ ਵਾਲੇ ਬਾਰੇ ਆ ਜਾਓ ਜੀ, ਇਹ ਅਦਾਲਤ ਰਾਹੀਂ ਆਉਣ, 32 ਸਾਲ ਕੱਟ ਲਏ ਯਾਰ, ਅਜੇ ਵੀ ਅਦਾਲਤ ਰਾਹੀਂ ਆਉਣ ਦੀ ਲੋੜ। ਸਿੰਘ ਸਾਹਿਬ, ਆਰਪੀ ਸਿੰਘ ਸਾਹਿਬ, 25-20 ਸੋਧ ਕਿਉਂ ਨਹੀਂ? ਸਰਕਾਰ ਦਾ ਤਾਂ ਸਾਰੇ ਪਾਸੇ ਹੁਣ ਬਹੁਮਤ ਹੈਗਾ ਹੈ। ਵਲਟੋਆ ਸਾਹਿਬ ਕਹਿ ਰਹੇ ਨੇ ਕਿ ਜੇ ਮੰਨਦੇ ਹੋ ਕਿ ਵੱਖਰੀ ਕੌਮ ਹੈ ਸਿੱਖ, ਤਾਂ ਫਿਰ 25-20 ਸੋਧ ਕਰਾ ਦਿਓ, ਬੜਾ ਈਜ਼ੀ ਹੈ ਇਸ ਵੇਲੇ ਤਾਂ। ਕਿੰਨੇ ਸਾਲ ਸਰਕਾਰ 'ਚ ਰਹੇ ਮੰਤਰੀ ਜੀ, ਇਹਨੇ ਲੋਕੀ ਕਿੰਨੇ ਸਾਲ ਪ੍ਰਕਾਸ਼ ਸਿੰਘ ਬਾਦਲ ਜੀ ਇੱਥੇ ਮੁੱਖ ਮੰਤਰੀ ਰਹੇ, ਇਹਨਾਂ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਅਸੈਂਬਲੀ 'ਚ ਆਪਣੀ ਇੱਥੇ ਜੀ, ਕਿਉਂ ਨਹੀਂ ਰੈਜ਼ੋਲੂਸ਼ਨ ਕੇ ਭੇਜਿਆ ਸਰਕਾਰ ਕੋਲ? ਇਹ ਜਦ ਵਿਪਕਸ਼ ਹੋਣ, ਜਦ ਇਹ ਜੋ ਗੱਲ ਕਰਨ। ਔਰ ਮੈਂ ਹੁਣ ਕਹਿ ਰਿਹਾ ਜੀ ਗਗਨਦੀਪ, ਤੁਸੀਂ ਕਿਰਪਾ ਕਰਕੇ ਇੱਕ ਡਿਬੇਟ ਰੱਖ ਲਓ 25-20 ਜਿਹੜਾ ਸੈਕਸ਼ਨ ਜਿਹਦੇ 'ਚ ਜੈਨ, ਬੋਧੀ ਤੇ ਹਿੰਦੂ ਆਉਂਦੇ, ਸੌਰੀ ਜਿਹੜੇ ਕੀ ਕਹਿੰਦੇ ਨੇ ਸਿੱਖ ਆਉਂਦੇ ਨੇ, ਉਹ ਇੱਕ ਡਿਬੇਟ ਰੱਖ ਲਓ, ਉੱਥੇ ਚਰਚਾ ਕਰਾ ਲਓ। ਮੈਂ ਕਹਿੰਦਾ ਵੈਰੀ ਗੁੱਡ, ਅੱਛਾ ਕਰਤਾ, ਇੱਕ ਡਿਬੇਟ ਸ਼ੁਰੂ ਕਰਾਓ, ਹਫਤੇ 'ਚ ਇੱਕ ਡਿਬੇਟ ਕਰਾਇਆ ਕਰੋ, ਕੁਛ ਆਗੂ ਬਣਾਇਆ ਕਰੋ, ਉੱਥੋਂ ਕਲੈਰਿਟੀ ਹੋਵੇ ਉਹ ਕੀ ਕਹਿੰਦੇ ਨੇ। ਸਿੰਘ ਸਾਹਿਬ ਇੱਕ ਗੱਲ ਸੁਣੋ ਨਾ, ਸਿੰਘ ਸਾਹਿਬ, ਜੇ ਕਨਸਟੀਟਿਊਸ਼ਨ ਵਿੱਚ ਅਮੈਂਡਮੈਂਟ ਕਰਨੀ ਹੈ, ਉਸ ਦੇ ਵਿੱਚ ਡਿਬੇਟ ਦਾ, ਟੀਵੀ ਡਿਬੇਟ ਦਾ, ਮੀਡੀਆ ਡਿਬੇਟ ਦਾ ਮਸਲਾ ਹੀ ਨਹੀਂ। ਤੁਸੀਂ ਕਹਿੰਦੇ ਹੋ ਕਿ ਸਰਕਾਰ ਪੂਰੇ ਤਰੀਕੇ ਮੰਨਦੀ ਹੈ, ਆਰਐਸਐਸ ਮੰਨਦੀ ਹੈ ਕਿ ਸਿੱਖ ਵੱਖਰੀ ਕੌਮ ਨੇ, ਪੀਐਮ ਵੀ ਮੰਨਦੇ ਨੇ, ਪੂਰਾ ਸਨਮਾਨ ਦਿੰਦੇ ਨੇ, ਕੇਂਦਰੀ ਗ੍ਰਹਿ ਮੰਤਰੀ ਵੀ ਮੰਨਦੇ ਨੇ, ਤੇ ਸਰਕਾਰ ਦੇ ਕੋਲ ਤਾਂ ਬਹੁਮਤ ਹੈ, ਲੋਕ ਸਭਾ ਦੇ ਵਿੱਚ ਵੀ ਬਹੁਮਤ ਹੈ, ਰਾਜ ਸਭਾ ਦੇ ਵਿੱਚ ਵੀ ਹੈ। ਸੋਧ ਕਰਨੀ ਹੈ, ਤੁਸੀਂ ਸਿੱਖ ਆਗੂ ਹੋ, ਤੁਸੀਂ ਪਾਰਟੀ ਦੇ ਅੰਦਰ ਆਵਾਜ਼ ਚੁੱਕੋ ਤੇ ਉਹ ਹੋ ਜਾਣਾ। ਗੱਲ ਹੋ ਗਈ ਗਗਨਦੀਪ, ਹੋ ਗਈ ਗੱਲ ਤੁਹਾਡੀ ਜੀ। ਇਸ ਇਸ਼ੂ ਤੇ ਸਾਰੀ ਕੌਮ ਇਕੱਠੀ ਹੋਏਗੀ ਤਦ ਇਹ ਸਿਰਫ ਵਲਟੋਆ ਸਾਹਿਬ ਔਰ ਜਾਂ ਮੈਂ ਜਾਂ ਤੁਸੀਂ, ਅਸੀਂ ਕੌਮ ਦੇ ਆਗੂ ਨਹੀਂ ਹੈਗੇ ਜੀ, ਜਾਂ ਅਸੀਂ ਕੌਮ ਨੂੰ ਰਿਪਰੈਜ਼ੈਂਟ ਨਹੀਂ ਕਰਦੇ 100% ਜੀ। ਉਹਨੂੰ ਇਕੱਠੇ ਕਰਨ, ਉਹਨੂੰ ਹਟਾਉਣ ਤੋਂ ਬਾਅਦ ਕਿ ਜਿਹੜੇ ਰਿਜ਼ਰਵੇਸ਼ਨ ਹੈ ਉਹ ਰਹੇਗੀ ਨਹੀਂ ਰਹੇਗੀ, ਇਸ ਇਸ਼ੂ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਜਿਹੜੀ ਸਾਨੂੰ ਕਾਰਾਂ ਦੀ ਛੂਟ ਹੈ ਉਹ ਰਹੇਗੀ ਨਹੀਂ ਰਹੇਗੀ, ਇਸ ਗੱਲ ਤੇ ਡਿਸਕਸ਼ਨ ਹੋਣ ਦੀ ਲੋੜ ਹੈ। ਇਹ ਡਿਸਕਸ਼ਨ ਹੋਏ ਉਸ ਤੋਂ ਬਾਅਦ ਬਿਲਕੁਲ ਲੈ ਕੇ ਜਾਣਾ ਚਾਹੀਦਾ, ਅਗਰ ਗੱਲ ਹੁੰਦੀ ਤਾਂ ਲੈ ਕੇ ਜਾਣਾ ਚਾਹੀਦਾ। ਪਰ ਇਹ ਤੈਅ ਕਰ ਲਓ ਕਿ ਉਸ ਤੋਂ ਬਾਅਦ ਰਿਜ਼ਰਵੇਸ਼ਨ, ਕਿਉਂਕਿ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ, ਕ੍ਰਿਸਚਨ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ, ਅਸੀਂ ਤਿਆਰ ਹਾਂ ਤੇ ਬਿਲਕੁਲ ਅੱਗੇ ਕਰ ਲਈਏ, ਪੂਰੀ ਕੌਮ ਤੈਅ ਕਰ ਲੈ ਕਿ ਅਸੀਂ ਤਿਆਰ ਹਾਂ, ਅਸੀਂ ਤੈਅ ਕਰ ਲਿਆ ਕਿ ਅਸੀਂ ਰਿਜ਼ਰਵੇਸ਼ਨ ਰੱਖਾਂਗੇ। ਮੈਂ ਇੱਕ ਆਪਣੀ ਗੱਲ ਰੱਖ ਰਿਹਾ, ਇਹ ਨਹੀਂ ਕਿ ਮੇਰਾ ਕੋਈ ਸੰਸ਼ੇ ਜੀ, ਇਹ ਸੰਸ਼ੇ ਹੈ, ਮੇਰੀ ਵੱਲੋਂ ਗੱਲ ਨਹੀਂ ਹੈਗੀ। ਇਸ ਕਰਕੇ ਇਹਨੂੰ ਗੱਲ ਨੂੰ ਚਰਚਾ ਕਰਨ ਦਾ, ਡਿਬੇਟ ਕਰਨ ਦਾ, ਸੁਸਾਇਟੀ 'ਚ ਖੜਾ ਕਰਨ ਦਾ, ਔਰ ਸੁਸਾਇਟੀ ਵੱਲੋਂ ਫਿਰ ਇੱਕ ਮਤ ਹੋ ਕੇ ਲਿਜਾਣ। ਇੱਕ ਮਿੰਟ ਗੱਲ ਪਤਾ ਨਹੀਂ। ਔਰ ਇਹ ਜਿਹੜੀ ਬਾਰ-ਬਾਰ ਗੱਲ ਕਰਦੇ ਨੇ ਜੀ, ਇਹ ਇਸ ਕਰਕੇ ਕਿਉਂਕਿ ਇਹ ਗੱਲ ਕੀ ਜਾਂਦੀ ਸੀ ਕਿ ਨਹੀਂ ਕਿ ਇਹ ਸਿੱਖਾਂ ਨੂੰ ਹਿੰਦੂ ਮੰਨਦੇ ਨੇ ਜੀ, ਸਿੱਖਾਂ ਨੂੰ ਹਿੰਦੂ ਮੰਨਦੇ ਨੇ। ਇਹ ਗੱਲ ਹੋਰ ਸਮਝਣੀ ਚਾਹੀਦੀ ਜੀ। ਸੁਪਰੀਮ ਕੋਰਟ ਦਾ ਫੈਸਲਾ ਹੈ, ਕਿਰਪਾ ਕਰਕੇ ਉਹ ਫੈਸਲੇ ਤੇ ਵੀ ਇੱਕ ਦਿਨ ਚਰਚਾ ਕਰ ਲੈਣੀ ਚਾਹੀਦੀ ਹੈ।
ਜਿਵੇਂ ਖਾਲਿਸਤਾਨ ਕਹਿੰਦੇ ਨੇ ਵੀ ਸੁਪਰੀਮ ਕੋਰਟ ਨੇ ਕਿਹਾ ਖਾਲਿਸਤਾਨ ਦਾ ਨਾਰਾ ਲੱਗ ਸਕਦਾ ਹੈ, ਕਿਹਾ ਨਾ ਸੁਪਰੀਮ ਕੋਰਟ ਨੇ ਕਿ ਖਾਲਿਸਤਾਨ ਦਾ ਨਾਰਾ ਲੱਗ ਸਕਦਾ ਹੈ। ਉਹ ਜਿਹੜਾ ਖਾਲਿਸਤਾਨ ਦੇ ਨਾਰੇ ਦੇ ਨਾਲ ਦੰਗਾ ਫਸਾਦ ਨੇ ਉਹ ਦਿੱਕਤ ਦਾ ਇਸ਼ੂ ਨਹੀਂ ਹੈਗਾ। ਇਹ ਇਸ ਆੜੀ ਗੱਲ ਹੁੰਦੀ ਹੈ। ਏਦਾਂ ਹੀ ਕਰਕੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਜਿਹਦੇ ਉਹਨੇ ਹਿੰਦੂ ਨੂੰ ਡਿਫਾਈਨ ਕੀਤਾ ਹੈ। ਉਹਨੇ ਕਿਹਾ ਹਿੰਦੂ ਕੋਈ ਰਿਲੀਜਨ ਨਹੀਂ ਹੈਗਾ, ਹਿੰਦੂ ਇਜ਼ ਅ ਵੇ ਆਫ ਲਾਈਫ, ਨਾਟ ਅ ਰਿਲੀਜਨ ਐਟ ਆਲ। ਇੱਥੇ ਵੀ ਚਰਚਾ ਕਰੀ ਜਾਂਦੀ ਹੈ ਕਿ ਵੇ ਆਫ ਲਾਈਫ ਕੀ ਹੈ ਔਰ ਰਿਲੀਜਨ ਕੀ ਹੈ। ਜਿਹੜਾ ਜਿਸ ਰਿਲੀਜਨ ਦਾ ਸਕ੍ਰਿਪਟ, ਜਿਹੜੇ ਰਿਲੀਜਨ ਉਹ ਹੁੰਦਾ ਜਿਹਦਾ ਸਕ੍ਰਿਪਚਰ ਹੁੰਦਾ, ਜਿਹਦੀ ਕੋਈ ਡਾਇਟੀ ਹੁੰਦੀ ਹੈ, ਜਿਹਦੀ ਕੋਈ ਸਕ੍ਰਿਪਚਰ ਔਰ ਡਾਇਟੀ ਨਹੀਂ, ਉਹ ਰਿਲੀਜਨ ਵੀ ਨਹੀਂ ਹੁੰਦਾ, ਉਹ ਵੇ ਆਫ ਲਾਈਫ ਹੈ। ਇਸ ਕਰਕੇ ਇਹਦੇ ਵੀ ਇੱਕ ਦਿਨ ਖੁੱਲੀ ਚਰਚਾ ਕਰਨੀ ਚਾਹੀਦੀ ਹੈ। ਮੈਂ ਉਸ ਚਰਚਾ 'ਚ ਭਾਗੀਦਾਰੀ ਕਰਨ ਤਿਆਰ ਹਾਂ। ਮੈਂ ਆਪਣਾ ਪੱਖ ਰੱਖਾਂਗਾ, ਬਾਕੀ ਲੋਕੀ ਆਪਣਾ ਪੱਖ ਰੱਖਣ। ਗ੍ਰੈਜੂਅਲੀ ਸੋਸਾਇਟੀ 'ਚ ਗੱਲ ਮੈਚੁਰ ਹੋਏ। ਫਿਰ ਜਿਹੜੀ ਮੂਲ ਗੱਲ ਹੈ, ਇੱਕ ਮਿੰਟ ਜਿਹੜੀ ਮੂਲ ਗੱਲ ਹੈ ਪੰਜਾਬ ਦੀ, ਅਗਰ ਗੱਲਾਂ ਪੰਜਾਬ ਦੀਆਂ ਕਰਨੀਆਂ ਨੇ, ਅੱਜ 20% ਪੰਜਾਬ ਦਾ ਸਿੱਖ ਕ੍ਰਿਸਚਨ ਬਣ ਗਿਆ। ਉੱਥੇ ਤੇ ਵਲਟੂਆ ਸਾਹਿਬ ਨਹੀਂ ਬੋਲਣਗੇ, ਉੱਥੇ ਤੇ ਜਾ ਕੇ ਵੋਟ ਵੀ ਮੰਗ ਲੈਣਗੇ ਜਾ ਕੇ ਜੀ, ਉੱਥੇ ਤੇ ਉਹ ਹੱਲਾ ਲੁੱਲਾ ਵੀ ਕਰ ਲੈਣਗੇ ਜੀ, ਪਰੰਤੂ ਕਦੀ ਕੋਈ ਗੱਲ ਨਹੀਂ ਕਰਨਗੇ ਕਿ ਜਿਹੜਾ ਕਨਵਰਜਨ ਕਰਾਤਾ ਵੀ। ਔਰ ਮੈਂ ਨਹੀਂ ਕਹਿ ਰਿਹਾ, ਇਹ ਅੰਕੁਰ ਨਰੂਲਾ ਕ੍ਰਿਸਚਨਸ ਦਾ ਜਿਹੜਾ ਪਾਸਟਰ ਹੈ ਉਹ ਕਹਿੰਦਾ ਹੈ ਕਿ ਅਸੀਂ 20% ਕਨਵਰਟ ਕਰ ਰਹੇ ਨੇ। ਇਹ ਤੇ ਹਾਲਤ ਹੈ। ਇਹ ਸਾਰੇ ਇਸ਼ੂਜ਼ ਨੂੰ ਗ੍ਰੈਜੂਅਲੀ, ਮੈਂ ਨਹੀਂ ਕਹਿ ਰਿਹਾ ਕੋਈ ਆਕਸ਼ੇਪ ਲਾ ਰਹੇ ਜੀ, ਇਹ ਸਾਰੇ ਇਸ਼ੂਜ਼ ਨੂੰ ਡਿਸਕਸ ਕਰਨ ਦੀ ਲੋੜ ਹੈ। ਪਰੰਤੂ ਜਿਹੜੀ ਗੱਲ ਰਾਹੁਲ ਗਾਂਧੀ ਨੇ ਉਹ ਕੀਤੀ ਉੱਥੇ ਕਿ ਦੇਸ਼ ਵਿੱਚ ਕ੍ਰਿਸਚਨਸ ਨੂੰ, ਮੁਸਲਮਾਨਾਂ ਨਾਲ ਧੱਕਾ ਹੋ ਰਿਹਾ ਹੈ, ਸਿੱਖਾਂ ਨਾਲ ਧੱਕਾ ਹੋ ਰਿਹਾ ਹੈ, ਕਿਰਪਾ ਕਰਕੇ ਦੱਸ ਦੇਣ ਕਿ ਉਹਨਾਂ ਦੇ ਟਾਈਮ ਤੇ ਸੱਜਣ ਕੁਮਾਰ ਜੇਲ੍ਹ ਵਿੱਚ ਗਿਆ ਸੀ, ਕਿ ਉਹਨਾਂ ਦੇ ਟਾਈਮ ਤੇ ਕਰਤਾਰਪੁਰ ਲਾਂਘਾ ਖੁੱਲਿਆ ਸੀ, ਕਿ ਉਹਨਾਂ ਦੇ ਟਾਈਮ ਤੇ ਦਰਬਾਰ ਸਾਹਿਬ ਤੇ ਜਿਹੜਾ FCRA ਦਾ ਮਾਮਲਾ ਸੀ ਉਹ ਠੀਕ ਕੀਤਾ ਸੀ, ਨਹੀਂ ਕੀਤਾ ਸੀ ਨਾ ਜੀ, ਕਿ ਉਹਨਾਂ ਦੇ ਟਾਈਮ ਤੇ ਕਦੀ ਛੋਟੇ ਜਿਹੜੇ ਸਾਹਿਬਜ਼ਾਦੇ ਸਨ ਉਹਨਾਂ ਦਾ ਦਿਹਾੜਾ ਮਨਾਉਣ ਦੀ ਚਿੰਤਾ ਗੱਲ ਕੀਤੀ ਸੀ, ਕਦੀ ਉਹਨਾਂ ਦੇ ਟਾਈਮ ਤੇ ਸੋਚਿਆ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਹੈ ਉਹਦਾ ਟ੍ਰਾਂਸਲੇਸ਼ਨ ਕਰਕੇ ਦੁਨੀਆ ਅੱਗੇ ਲੈ ਕੇ ਜਾਏ, ਕਿ ਉਹਨਾਂ ਦੇ ਟਾਈਮ ਤੇ ਕਦੀ 190 ਦੇਸ਼ਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਗਿਆ ਸੀ 550 ਸਾਲ ਦਾ, ਕਦੀ ਮਨਾਇਆ ਗਿਆ ਸੀ। ਦੇਸ਼ ਦੇ ਹਰ ਗਵਰਨਰ ਦੇ ਘਰ ਪਿੱਛੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਦਾ ਗੁਰਪੁਰਬ ਮਨਾਇਆ ਗਿਆ ਸੀ, ਕਦੀ ਨਹੀਂ ਹੋਇਆ। ਇਹ ਤਦ ਸੀ ਜਦ ਮੋਦੀ ਸਰਕਾਰ ਹੈਗੀ ਸੀ, ਇਹ ਤਦ ਸੀ ਜਦ ਵਾਜਪੇਈ ਦੀ ਸਰਕਾਰ ਹੈਗੀ ਸੀ। ਤੇ ਇਹ ਉਹ ਗੱਲਾਂ ਕਰਦੇ ਨੇ ਜਿਨ੍ਹਾਂ ਨੇ 84 ਕੀਤੀ ਜਾਂ 84 ਕਰਨ ਦਾ ਪੂਰਾ ਪਲਾਨ ਬਣਾਇਆ ਔਰ ਮੈਜੋਰਟਿਜ਼ਮ ਦੇ ਉੱਤੇ ਮੈਜੋਰਟਿਜ਼ਮ ਕਰਕੇ ਇਲੈਕਸ਼ਨ ਜਿੱਤਣ ਦਾ ਪਲਾਨ ਬਣਾਇਆ ਸੀ। ਠੀਕ, ਵਲਟੋਆ ਸਾਹਿਬ ਬਹੁਤ ਸਾਰੀਆਂ ਗੱਲਾਂ ਕੀਤੀਆਂ ਆਰਪੀ ਸਿੰਘ ਸਾਹਿਬ ਨੇ। ਇੱਕ ਮਸਲਾ ਜਿਹੜਾ ਤੁਸੀਂ ਚੁੱਕਿਆ ਸੀਗਾ ਉਸ ਤੇ ਉਹ ਕਹਿੰਦੇ ਨੇ ਕਿ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ, ਕਿਉਂਕਿ ਇਸ ਦੇ ਕਨਸੀਕੁਐਂਸ ਕੀ ਹੋਣਗੇ ਉਹ ਆਪਣੇ ਆਪ ਵਿੱਚ ਬਹੁਤ ਡਿਬੇਟੇਬਲ ਇਸ਼ੂ ਹੈਗਾ। ਐਜ਼ ਪਰ ਆਰਪੀ ਸਿੰਘ ਸਾਹਿਬ ਦੀ ਸਟੇਟਮੈਂਟ ਜਿਹੜੀ ਹੈਗੀ ਹੈ ਕਿ ਉਸ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਉਸ ਨੂੰ ਅੱਗੇ ਜਿਹੜਾ ਹੈਗਾ ਤੋਰਿਆ ਜਾ ਸਕਦਾ ਹੈ। ਵਲਟੋਆ ਸਾਹਿਬ ਦੇਖੋ, ਮੈਂ ਬੇਨਤੀ ਕਰਾਂ ਜੀ, ਆਨੰਦਪੁਰ ਸਾਹਿਬ ਦਾ ਮਤਾ ਕੌਮ ਨੇ ਕਢਿਆ ਹੈ। ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਆ ਉਹ ਕੌਮ ਨੇ ਪ੍ਰਵਾਨ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਕੌਮ ਨੇ ਮੋਰਚਾ ਲਾਇਆ ਸੀਗਾ। ਉਸ ਆਨੰਦਪੁਰ ਸਾਹਿਬ ਦੇ ਮਤੇ 'ਚ ਜਿਹੜੀਆਂ ਅਹਿਮ ਮੰਗਾਂ ਨੇ ਉਹਨਾਂ 'ਚ 25 ਧਾਰਾ ਜਿਹੜੀ ਹੈ ਉਹ ਖਤਮ ਕਰਨ ਵਾਸਤੇ ਤੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਤੌਰ ਤੇ ਮਾਨਤਾ ਦੇਣ ਵਾਸਤੇ ਵੀ ਹੈ। ਔਰ ਇੱਥੋਂ ਤੱਕ ਕਿ 26 ਜਨਵਰੀ 1984 ਨੂੰ ਅਕਾਲੀ ਦਲ ਨੇ ਇੱਕ ਫੈਸਲਾ ਕਰਕੇ ਧਾਰਾ 25 ਜਿਹੜੀ ਹੈ ਸੰਵਿਧਾਨ ਦੀ ਉਹ ਇਸ ਕਰਕੇ ਸਾੜੀ ਸੀ ਕਿ ਸਿੱਖਾਂ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਜੀਤ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਲੀਮੈਂਟ ਦੇ ਸਾਹਮਣੇ ਉਹ ਧਾਰਾ ਸਾੜਨ ਦੇ ਦੋਸ਼ ਦੇ ਵਿੱਚ ਜਿਹੜਾ ਤਿਹਾੜ ਜੇਲ੍ਹ 'ਚ ਲੰਬਾ ਸਮਾਂ ਬੰਦ ਰਹਿਣਾ ਪਿਆ ਸੀਗਾ ਜੀ। ਹਾਂਜੀ, 26 ਜਨਵਰੀ 1984 ਨੂੰ ਅਸੀਂ ਤੇ ਉਸ ਸਮੇਂ ਤੋਂ ਕਰ ਰਹੇ ਹਾਂ। ਔਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵਾਰ-ਵਾਰ ਇਹ ਮੰਗ ਕਰਦੇ ਨੇ, ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਸੁਪਰੀਮ ਨੇ, ਉਹ ਸਿੱਖ ਕੌਮ ਦੀ ਮੰਗ ਹੈ। ਤੁਸੀਂ ਉਸ ਗੱਲ ਤੋਂ ਨਹੀਂ ਇਵੇਂ ਜੇ ਰਿਜ਼ਰਵੇਸ਼ਨ ਜੀ, ਦੂਸਰਾ ਜੀ, ਤੀਸਰਾ ਜੀ, ਇਹ ਸਭ ਕੁਛ ਬਾਤ ਹੈ। ਸਭ ਤੋਂ ਪਹਿਲਾਂ ਤੁਹਾਡੀ ਆਇਡੈਂਟੀਟੀ ਹੈ। ਜੇ ਤੁਹਾਡੀ ਆਇਡੈਂਟੀਟੀ ਨਹੀਂ ਹੈਗੀ ਤੇ ਫਿਰ ਤਾਂ ਭਾਵੇਂ ਰੱਜੇ ਵੀ ਫਿਰੋ, ਫਿਰ ਤਾਂ ਭਾਵੇਂ ਦੁਨੀਆ ਜਹਾਨ ਦੇ ਸੁੱਖ ਵੀ ਲਈ ਜਾਵੋ, ਉਹਦਾ ਕੋਈ ਫਾਇਦਾ ਨਹੀਂ ਗਾ। ਹੁਣ ਇਹ ਗੱਲ ਕਰਦੇ ਜੀ, ਇਹਦੇ ਨਾਲ ਜਿਹੜੇ ਕਕਾਰਾਂ ਦੀ ਗੱਲ ਆ ਜੂਗੀ। ਜੇ ਸਿੱਖਾਂ ਨੂੰ ਅੱਜ ਕਕਾਰ ਪਹਿਨਣ ਦੀ ਆ ਤੇ ਉਹ ਸਿੱਖਾਂ ਦੀ ਘਰੋਂ ਰੀਤਾਂ ਕਰਕੇ ਆ, ਸਿੱਖਾਂ ਦੀ ਇੱਕ ਮਰਿਆਦਾ ਕਰਕੇ ਹੈ। ਭਾਵੇਂ ਕਿ ਸੰਵਿਧਾਨ ਜਿਹੜਾ ਆ ਸਿੱਖਾਂ ਨੂੰ ਇੱਕ ਵੱਖਰੀ ਕੌਮ ਨਹੀਂ ਮੰਨਦਾ, ਉਹ ਸਿੱਖਾਂ ਦਾ ਜਿਹੜਾ ਅਧਿਕਾਰ ਹੈ ਉਹਨੂੰ ਤੁਸੀਂ ਐਵੇਂ ਮਲਗੋਬਾ ਨਾ ਬਣਾਓ। ਮੇਰੀ ਹੱਥ ਬਣ ਕੇ ਬੇਨਤੀ। ਬਾਕੀ ਰਹਿ ਗਈ ਗੱਲ, ਤੁਸੀਂ ਬੜਾ ਕੁਛ ਗਣਾਇਆ, ਤੁਸੀਂ ਕਰਤਾਰਪੁਰ ਸਾਹਿਬ ਵੀ ਗਣਾਇਆ, ਤੁਸੀਂ ਕਈ ਕੁਛ ਗਣਾਇਆ, ਭਾਰਤੀ ਜਨਤਾ ਪਾਰਟੀ ਨੇ ਕੀਤਾ, ਫਿਰ ਕਾਂਗਰਸ ਗਣਾਈ ਜਾਊਗੀ ਵੀ ਅਸੀਂ ਤਾਂ ਦੇਸ਼ ਦਾ ਰਾਸ਼ਟਰਪਤੀ ਬਣਾਤਾ ਸਿੱਖ ਜੀ, ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਾਤਾ ਜੀ, ਅਸੀਂ ਤਾਂ ਚੀਫ ਆਫ ਦਾ ਆਰਮੀ ਸਟਾਫ ਸਿੱਖ ਲਾਤੇ ਜੀ। ਹਾਂਜੀ, ਏਅਰ ਫੋਰਸ ਦੇ ਜਿਹੜੇ ਆ ਚੀਫ ਮਾਰਸ਼ਲ ਉਹ ਜਿਹੜੇ ਆ ਲਾ ਦਿੱਤੇ ਜੀ, ਰਿਜ਼ਰਵ ਬੈਂਕ ਦਾ ਜਿਹੜਾ ਆ ਉਹ ਲਾ ਛੱਡਿਆ ਜੀ, ਇਲੈਕਸ਼ਨ ਕਮਿਸ਼ਨ ਦਾ ਲਾ ਛੱਡਿਆ ਜੀ, ਸਿੱਖ ਲਾ ਛੱਡਿਆ ਜੀ। ਇਹ ਗੱਲਾਂ ਜਿਹੜੀਆਂ ਨੇ ਇਹ ਗੱਲਾਂ ਨਹੀਂ ਗੀਆਂ।
ਸਾਡੀ ਆਇਡੈਂਟੀਟੀ ਦੀ ਗੱਲ ਆ। ਸਾਨੂੰ ਕਾਂਗਰਸ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਭਾਰਤੀ ਜਨਤਾ ਪਾਰਟੀ ਅੱਜ ਜਿਹੜੀ ਹੈ ਸਾਡੇ ਹੱਕਾਂ ਤੇ ਉੱਤੇ ਡਾਕਾ ਮਾਰ ਰਹੀ ਹੈ। ਸਾਨੂੰ ਮਹਿਸੂਸ ਕਰਵਾ ਰਹੀ ਹੈ ਕਿ ਤੁਹਾਡੇ ਵਾਸਤੇ ਕਾਨੂੰਨ ਹੋਰ ਹੈ ਤੇ ਗੁਜਰਾਤ ਵਾਲਿਆਂ ਵਾਸਤੇ ਕਾਨੂੰਨ ਹੋਰ ਹੈ ਤੇ ਤਾਮਿਲਨਾਡੂ ਵਾਲਿਆਂ ਵਾਸਤੇ ਕਾਨੂੰਨ ਹੋਰ ਹੈ। ਜਿਹੜਾ ਇਹ ਮਹਿਸੂਸ ਕਰਾਇਆ ਜਾ ਰਿਹਾ ਇਹ 2 ਨੰਬਰ ਦਾ ਹੀ ਹੈ।